आओ पंजाब भारत पूरे विश्व की शांति ते खुशहाली लई मिल के इबादत ते प्रार्थना करिए। सारी संगत नूं जय मसीह दी। परमेश्वर आप सारिਆਂ ਨੂੰ आशीष देवे, बरकत देवे। ये पल तुसां सारिਆਂ ਦੇ ਲਈ ਵੱਡੀ ਕਿਰਪਾ ਦੇ ਨਾਲ ਭਰਪੂਰ ਹੋਣ। ਖਾਸ ਕਰਕੇ ਜਦੋਂ ਅਸੀਂ ਸਬਤ ਦੇ ਦਿਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਾਂ ਤੇ ਸਬਤ ਦੇ ਦਿਨ ਨੂੰ ਪਰਮੇਸ਼ਰ ਨੇ ਪਵਿੱਤਰ ਠਹਿਰਾਇਆ ਔਰ ਆਸ਼ੀਸ਼ ਦਿੱਤੀ ਹੈ। ਜਿਹੜਾ ਦਿਲ ਦੀ ਚਾਹ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਂਦਾ ਆ ਤੇ ਪਰਮੇਸ਼ਰ ਆਪਣੀ ਕਿਰਪਾ ਨੂੰ ਉਸ ਜੀਵਨ ਦੇ ਵਿੱਚ ਬਹਾਲ ਕਰਦਾ ਤੇ ਉਸ ਨੂੰ ਆਪਣੀ ਆਸ਼ੀਸ਼ ਦੇ ਨਾਲ, ਰੂਹਾਨੀ ਬਰਕਤਾਂ ਦੇ ਨਾਲ ਭਰਪੂਰ ਕਰਦਾ ਆ। ਜਿਹੜੇ ਵਚਨ ਦੇ ਪ੍ਰਤੀ ਵਫਾਦਾਰ ਆ, ਜਿਹੜੇ ਦਿਲ ਦੀ ਚਾਹ ਦੇ ਨਾਲ ਉਹਦੀ ਹਜ਼ੂਰੀ ਦੇ ਵਿੱਚ ਆਉਂਦੇ ਨੇ, ਕੁਛ ਲੱਭਣ ਦੀ ਆਸ ਦੇ ਨਾਲ, ਲੈਣ ਦੀ ਆਸ ਨਾਲ ਆਉਂਦੇ ਨੇ ਤੇ ਪਰਮੇਸ਼ਰ ਪਹਿਲਾਂ ਰੂਹਾਨੀ ਔਰ ਫਿਰ ਉਹਨਾਂ ਨੂੰ ਜਿਸਮਾਨੀ ਆਸ਼ੀਸ਼ਾਂ ਦੇ ਨਾਲ ਭਰਪੂਰ ਕਰਦਾ ਆ। ਸੋ ਇਸ ਲਈ ਜਦੋਂ ਅਸੀਂ ਖੁਦਾ ਦੀ ਹਜ਼ੂਰੀ 'ਚ ਹੈ ਤੇ ਉਹਦੀ ਹਜ਼ੂਰੀ 'ਚੋਂ ਅਸੀਂ ਖਾਲੀ ਨਹੀਂ ਜਾਵਾਂਗੇ, ਬਲਕਿ ਉਹ ਆਪਣੀਆਂ ਰਹਿਮਤਾਂ ਦੇ ਨਾਲ ਸਾਨੂੰ ਭਰਪੂਰ ਕਰੇਗਾ। ਪਰ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਉਸ ਕੰਮ ਨੂੰ ਸਮਝੀਏ ਜਿਹਦੇ ਲਈ ਪਰਮੇਸ਼ਰ ਨੇ ਸਾਨੂੰ ਬੁਲਾਇਆ ਆ, ਸੱਦਿਆ ਆ, ਚੁਣਿਆ ਆ। ਜੇ ਅਸੀਂ ਉਸ ਕੰਮ ਨੂੰ ਸਮਝ ਲਵਾਂਗੇ ਤੇ ਫਿਰ ਸਾਡਾ ਇਸ ਜ਼ਮੀਨ 'ਤੇ ਰਹਿਣਾ ਵੀ ਸਫਲ ਹੋਵੇਗਾ ਤੇ ਇਹ ਜ਼ਮੀਨ ਨੂੰ ਛੱਡਣ ਤੋਂ ਬਾਅਦ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣ ਲਈ ਵੀ ਕੋਈ ਰੁਕਾਵਟ ਨਹੀਂ ਆਵੇਗੀ। ਕਲਾਮ ਦੇ ਵਿੱਚ ਲਿਖਿਆ, ਪਤਰਸ ਦੇ ਵਚਨ 'ਚ, ਵੱਡੀ ਖੁੱਲ੍ਹ ਦੇ ਨਾਲ ਤੁਸੀਂ ਉਹਦੇ ਰਾਜ ਵਿੱਚ ਪ੍ਰਵੇਸ਼ ਕਰੋਗੇ। ਵੱਡੀ ਖੁੱਲ੍ਹ ਦੇ ਨਾਲ ਭਾਵ ਕੋਈ ਰੁਕਾਵਟ ਨਹੀਂ ਆਵੇਗੀ ਜੇਕਰ ਅਸੀਂ ਉਸ ਗੱਲ ਨੂੰ, ਉਸ ਕੰਮ ਨੂੰ ਸਮਝ ਲਈਏ ਜਿਹਦੇ ਲਈ ਪਰਮੇਸ਼ਰ ਨੇ ਸਾਨੂੰ ਚੁਣਿਆ, ਸੱਦਿਆ ਔਰ ਬੁਲਾਇਆ ਹੈ। ਇਸ ਲਈ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ 'ਚ ਆਉਂਦੇ ਹਾਂ ਤੇ ਇਸ ਗੱਲ ਨੂੰ ਅਸੀਂ ਜਾਣੀਏ ਕਿ ਉਹਨੇ ਸਾਨੂੰ ਆਪਣੀ ਉਪਾਸਨਾ ਕਰਨ ਦੇ ਲਈ ਸੱਦਿਆ ਆ, ਉਹਨੇ ਆਪਣੀ ਮਹਿਮਾ ਕਰਨ ਦੇ ਲਈ ਸਾਨੂੰ ਬੁਲਾਇਆ ਆ ਕਿ ਅਸੀਂ ਜ਼ਮੀਨ 'ਤੇ ਰਹਿ ਕੇ ਇਸ ਗੱਲ ਦਾ ਭੇਤ ਪਾਈਏ। ਇਹ ਸਾਡਾ ਅਸਲੀ ਕੰਮ ਆ ਜਿਹਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਸਾਨੂੰ ਸੰਸਾਰ ਤੋਂ ਵੱਖਰੇ ਕੀਤਾ ਆ। ਔਰ ਜਦੋਂ ਅਸੀਂ ਉਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ, ਉਹਦੀ ਉਪਾਸਨਾ, ਉਹਦੀ ਆਰਾਧਨਾ, ਉਹਦੀ ਮਹਿਮਾ, ਤੇ ਫਿਰ ਪਰਮੇਸ਼ਰ ਇਹ ਜ਼ਮੀਨ 'ਤੇ ਰਹਿੰਦਿਆਂ ਵੀ ਸਾਨੂੰ ਥੋੜ੍ਹੇ ਕੰਮ ਦੇ ਵਿੱਚ ਵੀ ਜ਼ਿਆਦਾ ਆਸ਼ੀਸ਼ ਦੇਵੇਗਾ। ਔਰ ਪਰਮੇਸ਼ਰ ਨੇ ਸਾਨੂੰ ਬੁਲਾਇਆ ਤੇ ਸੱਦਿਆ ਹੀ ਇਸੇ ਕੰਮ ਦੇ ਲਈ ਆ ਕਿ ਅਸੀਂ ਉਸ ਭੇਤ ਨੂੰ ਪਾਈਏ ਜਿਹੜਾ ਭੇਤ ਪਰਮੇਸ਼ਰ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਦੇਣਾ ਚਾਹੁੰਦਾ ਆ ਕਿ ਸਵਰਗ ਦੇ ਵਿੱਚ ਕੀ ਹੈ। ਹਰ ਇੱਕ ਵਿਸ਼ਵਾਸੀ ਚਾਹੁੰਦਾ ਮੈਂ ਸਵਰਗ ਦੇ ਵਿੱਚ ਜਾਣਾ ਆ ਔਰ ਇਸੇ ਲਈ ਪ੍ਰਭੂ ਯੀਸ਼ੂ ਮਸੀਹ 'ਤੇ ਵਿਸ਼ਵਾਸ ਕਰਦਾ, ਇਸੇ ਲਈ ਤੋਬਾ ਕਰਦਾ, ਇਸੇ ਲਈ ਬਪਤਿਸਮਾ ਲੈਂਦਾ। ਪਰ ਸਾਨੂੰ ਸਾਰਿਆਂ ਨੂੰ ਜਾਣਨ ਦੀ ਜ਼ਰੂਰਤ ਹੈ ਸਵਰਗ ਦੇ ਵਿੱਚ ਕੰਮ ਕਿਹੜਾ ਆ। ਜ਼ਮੀਨ 'ਤੇ ਤਾਂ ਢੇਰ ਸਾਰੇ ਕੰਮ ਆ, ਜਦੋਂ ਅਸੀਂ ਅੱਖਾਂ ਖੋਲ੍ਹਦੇ ਹਾਂ ਤੇ ਢੇਰ ਸਾਰੀਆਂ ਚਿੰਤਾ, ਢੇਰ ਸਾਰੀਆਂ ਸਮੱਸਿਆ, ਢੇਰ ਸਾਰੇ ਕੰਮ ਸਾਡੇ ਅੱਗੇ ਪਏ ਹੁੰਦੇ। ਆਹ ਕਰਨਾ, ਆਹ ਕਰਨਾ, ਅੱਜ ਆਹ ਕਰਨਾ, ਕੱਲ੍ਹ ਨੂੰ ਆਹ ਕਰਨਾ, ਪਰਸੋਂ ਨੂੰ ਆਹ ਕਰਨਾ। ਪਰ ਮਸਲਾ ਇਹ ਆ ਕਿ ਜੇ ਪਰਮੇਸ਼ਰ ਨੇ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਸਾਨੂੰ ਬੁਲਾਇਆ ਆ ਸਵਰਗ ਰਾਜ ਦੇ ਲਈ, ਹਮੇਸ਼ਾ ਦੀ ਜ਼ਿੰਦਗੀ ਦੇ ਲਈ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜਾਣਿਆ, ਹਮੇਸ਼ਾ ਦੀ ਜ਼ਿੰਦਗੀ, ਉਹ ਆਨੰਦ ਜਿਸ ਆਨੰਦ ਨੇ ਕਦੇ ਵੀ ਖਤਮ ਨਹੀਂ ਹੋਣਾ। ਹਮੇਸ਼ਾ ਦੀ ਜ਼ਿੰਦਗੀ, ਸਦੀਪਕ ਜੀਵਨ, ਉਹ ਜੀਵਨ ਜਿਹਦਾ ਕਦੇ ਅੰਤ ਨਹੀਂ ਹੋਣਾ। ਆ ਜੀਵਨ ਜਿਹੜਾ ਇਸ ਸੰਸਾਰ 'ਚ ਰਹਿੰਦੇ ਹਾਂ, ਇਹਦੀ ਸੀਮਾ, ਇਹਦੀ ਹੱਦ ਹੈ। ਪਰ ਸਦੀਪਕ ਜੀਵਨ ਦਾ ਮਤਲਬ ਉਹ ਜੀਵਨ ਹੈ ਜਿਸ ਜੀਵਨ ਨੇ ਕਦੀ ਖਤਮ ਨਹੀਂ ਹੋਣਾ। ਉਹ ਆਨੰਦ ਜਿਸ ਆਨੰਦ ਨੇ ਕਦੀ ਵੀ ਖਤਮ ਨਹੀਂ ਹੋਣਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਜ਼ਮੀਨ 'ਤੇ ਰਹਿੰਦਿਆਂ ਸਾਨੂੰ ਇਸ ਭੇਤ ਨੂੰ ਜਾਣਨ ਦੀ ਜ਼ਰੂਰਤ ਹੈ ਔਰ ਇਹਦੇ ਵਿੱਚ ਸਾਡੇ ਲਈ ਸਰਗਰਮ ਹੋਣਾ ਅਤੀ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਜ਼ਮੀਨ 'ਤੇ ਰਹਿੰਦੇ ਹਾਂ, ਉਪਾਸਨਾ ਦੇ ਭੇਤ ਨੂੰ, ਆਰਾਧਨਾ ਦੇ ਭੇਤ ਨੂੰ
समझ लवांगे, पा लवांगे, तो फिर साडे लई इस संसार नूं छड्डण तो बाद परमेश्वर के राज विच दाखल होना कोई औखी गल नहीं गी। फिर औखी गल नहीं गी जे असी जमीन ते रहिंदिआं इस गल दा भेत पा लवांगे, क्योंकि परमेश्वर ने अपने पुत्र यीशु के द्वारा हर बलीवर नूं बुलाया ही इसे लई है, ताकि हर एक बलीवर जिहड़ा आ वो अपने बनाउण वाले दी, सिरजणहारे दी उपासना करन दे भेत नूं पावे, आराधना करन दे भेत नूं पावे, महिमा करन दे भेत नूं पावे, उस्तत करन दे भेत नूं पावे। साडे लई ये जानना बहुत ज़्यादा जरूरी है। जे तुसीं ये ज़मीन ते रहिंदे आ इस भेत नूं पा लओगे तो ये ज़मीन ते रहना भी तुहाडा सफल होवेगा, ते अगे भी तुसीं हमेशा दी जिंदगी दे वारस बनोगे, क्योंकि परमेश्वर दे राज दे विच काम किहड़ा आ? ओनली उपासना, ओनली आराधना, ओनली उस्तत, ओनली खुदा दी महिमा। एक मिनट नहीं, एक घंटा नहीं, 24 घंटे रात दिन। हुण तुसी विचार करो भी स्वर्ग दे विच किन्ना आनंद है, किन्नी शांति है। तुसी इत्थे कुछ पल आराधना करते हो, तुसी ऐदां महसूस करते हो जिहड़ा भी रूह दे नाल सच्चाई नाल उपासना आराधना करदा, मान लो एक ऐसे आनंद विच चला जाता कि वह सारियां चिंता बोझ फिक्रां तो आज़ाद हो जाता कुछ पल दे लई। तो जिथे 24 घंटे आराधना हुंदी, उस्तत हुंदी है, उत्थे किड्डा आनंद होवेगा, उत्थे किड्डी शांति होवेगी, वो वर्णन करन तो बाहर है। और परमेश्वर ने सानू चुनिया बुलाया ही इसे लई है कि असी ओदी हजूरी नूं, ओदी उपासना नूं पहल देईए। ये साडा असली काम जमीन ते आ, उपासना। ते जे असी इहदे च सरगर्म हो गए, भेत नूं पा लिया, तो फिर ये जमीन नूं छड्डण तो बाद भी असी उस भीड़ विच दाखल हो सकते हैं, उस संगत दे विच मिल सकते हैं जिहदे बारे बाइबल च लिखिया भी किसी इंसान दे कोलों उस संगत दी, उस लोकां दी, उस भीड़ दी गिनती नहीं हो सकती भी वो किन्ने लोग ने पूरे वर्ल्ड दे विचों, भाखिया दे विचों, कौमां दे विचों जिहड़े लेले दे सिंघासन दे अगे खड़े आ ते रात दिन सिरजणहारे दी उपासना करदे आ। तुसी उस भीड़ दा, उस कलीसिया दा, उस संगत दा हिस्सा बनोगे। इदां ही बनोगे कि जिस तरह पहाड़ां तो पानी जिहड़ा डिगदा डिगदा आके समुंदर दे विच अपने आप ही मिल जाता है। पहाड़ां तो, झरनियां तो पानी डिगदा डिगदा आके समुंदर दे विच आपे ही मिल जाता। इस तरह तुसी उस कलीसिया दा जिहड़ी लेले दे सिंघासन दे अगे बहुत वड्डी भीड़ है जिहदी कोई बंदा गिनती नहीं कर सकता, तुसी उहदा हिस्सा बन सकदे, उहदे नाल मिल सकदे हो। पर यह जरूरी आ कि असी जमीन ते रहिंदे इस भेत नूं जाणीए। खाली ये नहीं कि परमेश्वर दे कोल असी आए आ, साडी आ मंग आ, साडी आ, साडी आ, साडी आ, वो तो तुहाडे मंगण तो पहला ही जानदा आ। तुसी देखो भी एक 2-2.5 साल का बच्चा जिहड़ा आ, 2.5 साल का बच्चा जिहड़ा अज दे टाइम च स्कूले चल जान लग पैंदा, उहनूं पता हुंदा मैं स्कूले जाना आ? उहनूं नहीं पता। माँ बाप उहदी तैयारी करन लग पैंदे। जे उहनूं पता नहीं भी मेरा स्कूले जाना जरूरी है, माँ बाप उहदी तैयारी करदे आ, माँ बाप जानदे आ ते किन्ना वध के तुहाडा बनाउण वाला, तुहाडा सद्दण वाला, तुहानूं वखरा करन वाला संसार तो किन्ना वध के भविष्य दीआं तुहाडीआं सारियां लोड़ां जरूरतां जानदा है। ताली मारिए जोर ते। किन्ना वध के जानदा आ। वो बच्चे नूं थोड़ी पता है मेरे लिए पढ़ाई जरूरी है, उहनूं थोड़ी पता मेरे लिए नहाउणा जरूरी है, उहनूं थोड़ी पता ठंड आ गई मेरे लिए गर्म कपड़े जरूरी है, उहनूं थोड़ी पता गर्मी आ गई मेरे लिए हल्के कपड़े जरूरी है। किहनूं पता है? ये गल दा किहनूं ज्ञान है? जिहड़ी माँ ने जन्म दिता है।
ਤੇ ਜੇ ਮਾਂ ਬੱਚੇ ਦਾ ਫਿਕਰ ਕਰਦੀ ਹੈ ਤੇ ਕਿੰਨਾ ਵੱਧ ਕੇ ਅਸਲੀ ਮਾਂ ਜਿਹਨੇ ਸਾਨੂੰ ਰਚਿਆ ਆ, ਜਿਹਨੇ ਸਾਨੂੰ ਸੱਦਿਆ ਬੁਲਾਇਆ, ਜਿਹਨੇ ਸਾਡੇ ਲਈ ਆਪਣੇ ਪੁੱਤਰ ਯੀਸ਼ੂ ਨੂੰ ਸਲੀਬ ਤੇ ਕੁਰਬਾਨ ਕਰ ਦਿੱਤਾ, ਕਿੰਨਾ ਵੱਧ ਕੇ ਉਹ ਸਾਡੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਜਾਣਦਾ ਆ। ਪਰ ਸਾਡੇ ਲਈ ਜ਼ਰੂਰੀ ਆ ਕਿ ਜਿੱਦਾਂ ਬੱਚਾ ਮਾਂ ਦੇ ਹੱਥਾਂ 'ਚ ਸੁਰੱਖਿਅਤ ਰਹਿੰਦਾ ਆ, ਮਾਂ ਦੀ ਗੋਦੀ 'ਚ ਸੁਰੱਖਿਅਤ ਰਹਿੰਦਾ ਆ, ਮਾਂ ਦੀ ਗੋਦੀ 'ਚ ਰਹਿ ਕੇ ਪਾਲਣ ਪੋਸ਼ਣ ਹੁੰਦਾ, ਵੱਡਾ ਹੁੰਦਾ ਆ। ਅਸੀਂ ਸਾਰੇ ਬੱਚੇ ਸੀ, ਅਸੀਂ ਸਾਰੇ ਆਪਣੀ ਮਾਂ ਦੀ ਗੋਦੀ ਦੇ ਵਿੱਚ ਬੈਠ ਕੇ ਵੱਡੇ ਹੋਏ ਹਾਂ। ਅਸੀਂ ਸਾਰੇ ਆਪਣੇ ਮਾਂ ਦੇ ਹੱਥਾਂ 'ਚ ਰਹਿ ਕੇ ਹੀ ਵੱਡੇ ਹੋਏ ਹਾਂ। ਸਾਡਾ ਪਾਲਣ ਪੋਸ਼ਣ ਹੋਇਆ, ਚਾਹੇ ਹੁਣ ਸਾਡੇ ਵਾਲ ਚਿੱਟੇ ਹੋ ਗਏ ਨੇ, ਦਾੜੀਆਂ ਚਿੱਟੀਆਂ ਹੋ ਗਈਆਂ, ਪਰ ਸੀਗੇ ਅਸੀਂ ਸਾਰੇ ਬੱਚੇ ਕਿਸੇ ਸਮੇਂ, ਜਿੰਨੀ ਜਿੰਨੀ ਵੀ ਸਾਡੀ ਉਮਰ ਹੈ। ਜੇ ਮਾਂ ਨੂੰ ਫਿਕਰ ਹੈ ਤੇ ਕਿੰਨਾ ਵੱਧ ਕੇ ਸਾਡੇ ਬਣਾਉਣ ਵਾਲੇ ਨੂੰ, ਸਾਡੇ ਸੱਦਣ ਵਾਲੇ ਨੂੰ, ਸਾਡੇ ਸੰਸਾਰ ਤੋਂ ਬਖਣ ਵਾਲੇ ਨੂੰ ਕਿੰਨਾ ਫਿਕਰ ਹੈਗਾ ਸਾਡਾ। ਉਹ ਸਭ ਕੁਝ ਜਾਣਦਾ ਸਾਨੂੰ ਕਿੰਨਾ ਵਸਤਾਂ ਦੀ ਜ਼ਰੂਰਤ ਹੈ। ਸਾਡੇ ਲਈ ਜ਼ਰੂਰੀ ਆ ਜਿੱਦਾਂ ਬੱਚਾ ਮਾਂ ਦੀ ਗੋਦੀ 'ਚ ਰਹਿੰਦਾ ਆ, ਮਾਂ ਦੇ ਹੱਥਾਂ 'ਚ ਰਹਿੰਦਾ, ਅਸੀਂ ਉਹਦੀ ਹਜ਼ੂਰੀ ਦੇ ਵਿੱਚ ਰਹੀਏ, ਅਸੀਂ ਉਹਦੀ ਹਜ਼ੂਰੀ 'ਚ ਰਹੀਏ ਤੇ ਉਹਨੇ ਭਵਿੱਖ ਸਾਡਾ ਉੱਤਮ ਤੇ ਸ੍ਰੇਸ਼ਟ ਬਣਾਉਣਾ ਆ। ਉਹਨੇ ਆਪਣੀਆਂ ਰਹਿਮਤਾਂ ਦੇ ਨਾਲ ਸਾਨੂੰ ਭਰਨਾ ਆ। ਪਰ ਬਲੀਵਰ ਹੋਣ ਦੇ ਨਾਤੇ ਅਸੀਂ ਇਸ ਗੱਲ ਨੂੰ ਜਾਣੀਏ, ਇਸ ਲਈ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਦੇ ਉੱਤੇ ਧਿਆਨ ਕਰਾਂਗੇ। ਕੂਚ ਦੀ ਪੁਸਤਕ 9 ਅਧਿਆਏ ਉਹਦੀ ਪਹਿਲੀ ਐਤ। ਅੱਜ ਅਸੀਂ ਸਿਰਫ ਇਸ ਗੱਲ ਨੂੰ ਜਾਣਨਾ ਆ ਖੁਦਾ ਨੇ ਸਾਨੂੰ ਵੱਖਰੇ ਕਿਉਂ ਕੀਤਾ ਆ ਤੇ ਸਾਡਾ ਕੰਮ ਕੀ ਹੈ। ਇਸ ਲਈ ਇਸ ਕੰਮ ਦੇ ਪ੍ਰਤੀ ਵਫਾਦਾਰ ਹੋਵੋ। ਜਦੋਂ ਚਰਚ ਖੁੱਲ੍ਹ ਗਏ ਆ ਤੇ ਟਾਈਮ ਨਾਲ ਆਓ, ਟਾਈਮ ਤੋਂ ਪਹਿਲਾਂ 10 ਮਿੰਟ ਹਾਜ਼ਰੀ ਭਰੋ, ਆਪਣੀ ਤਿਆਰੀ ਕਰੋ ਤਾਂ ਕਿ ਖੁਦਾ ਸਾਡੇ 'ਤੇ ਖੁਸ਼ ਹੋਵੇ, ਪਰਮੇਸ਼ਰ ਖੁਸ਼ ਹੋਵੇ, ਅਸੀਂ ਉਸ ਭੇਤ ਨੂੰ ਪਾਈਏ। ਅਸੀਂ ਕੁਝ ਸਿੱਖਣ ਲਈ ਆਉਂਦੇ ਹਾਂ, ਕੁਝ ਸਮਝਣ ਲਈ ਆਉਂਦੇ ਹਾਂ, ਕੁਛ ਅਸੀਂ ਰੂਹਾਨੀ ਆਦਤਾਂ ਪਾਉਣ ਲਈ ਖੁਦਾ ਦੀ ਹਜ਼ੂਰੀ 'ਚ ਆਉਂਦੇ ਹਾਂ। ਕਿਉਂਕਿ ਕਲਾਮ ਦੇ ਵਿੱਚ ਤਮੋਥੀਅਸ ਦੇ ਵਚਨ 'ਚ ਲਿਖਿਆ ਆ, 3 ਅਧਿਆਏ ਉਹਦੀ 16 ਐਤ ਦੇ ਵਿੱਚ, ਦੂਸਰਾ ਤਮੋਥੀਅਸ 3 ਦੀ 16 'ਚ ਲਿਖਿਆ ਆ, ਜਦੋਂ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਰ ਦਾ ਵਚਨ ਧਰਮ ਦੇ ਕੰਮ ਕਰਨ ਦੀ ਸਾਨੂੰ ਆਦਤ ਪਾਉਂਦਾ ਆ, ਗਝਾਉਂਦਾ ਆ ਖੁਦਾ ਦਾ ਕਲਾਮ। ਇਸ ਲਈ ਅਸੀਂ ਉਪਾਸਨਾ ਦੇ ਭੇਤ ਨੂੰ ਜਾਣੀਏ, ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਹਾਂਜੀ, ਯਹੋਵਾ ਨੇ ਮੂਸਾ ਨੂੰ ਆਖਿਆ। ਹਾਂਜੀ, ਕੂਚ ਦੀ ਪੁਸਤਕ 9 ਅਧਿਆਏ ਉਹਦੀ ਪਹਿਲੀ ਐਤ। ਪੁਰਾਣਾ ਨੇਮ ਔਰ ਨਵਾਂ ਨੇਮ ਦੋਨਾਂ ਨੂੰ ਅਸੀਂ ਥੋੜ੍ਹੇ ਸਮੇਂ ਦੇ ਲਈ ਵਿਚਾਰ ਕਰਾਂਗੇ। ਪੁਰਾਣੇ ਨੇਮ ਦੇ ਵਿੱਚ ਪਰਮੇਸ਼ਰ ਨੇ ਮੂਸਾ ਨੂੰ ਚੁਣਿਆ, ਇਜ਼ਰਾਇਲੀ ਲੋਕਾਂ ਦਾ ਅਗਵਾ ਸੀ। ਨਵੇਂ ਨੇਮ ਦੇ ਵਿੱਚ ਸਾਡਾ ਉਦਾਰਕਰਤਾ ਪ੍ਰਭੂ ਯੀਸ਼ੂ ਮਸੀਹ ਅੱਜ ਦੀ ਕਲੀਸਿਆ ਦਾ ਅਗਵਾ ਆ। ਉਹਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਹੈ ਸਾਨੂੰ ਛਡਾਉਣ ਦੇ ਲਈ, ਸਾਨੂੰ ਉਸ ਸਥਾਨ 'ਤੇ ਲਿਜਾਣ ਲਈ ਜਿੱਥੇ ਮੌਤ ਨਹੀਂ, ਗਮ ਨਹੀਂ, ਰੋਣਾ ਨਹੀਂ, ਦੁੱਖ ਨਹੀਂ ਹੋ, ਆਂਸੂ ਨਹੀਂ ਹੋ, ਹਨੇਰਾ ਨਹੀਂ ਗਾ, ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ। ਪੁਰਾਣੇ ਨੇਮ ਦੇ ਮੁਤਾਬਕ ਪਰਮੇਸ਼ਰ ਇਜ਼ਰਾਇਲੀ ਲੋਕਾਂ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ ਸੀ ਜਿੱਥੇ ਆਸ਼ੀਸ਼ ਹੈ, ਜਿੱਥੇ ਖਾਣ ਪੀਣ ਦੀਆਂ ਫੈਸਿਲਿਟੀਆਂ, ਸੁੱਖ ਸਹੂਲਤ ਹੈ, ਜਿੱਥੇ ਜ਼ਮੀਨ 'ਚ ਆਸ਼ੀਸ਼ ਹੈਗੀ ਹੈ। ਜਿੱਥੇ ਉਹ ਮਿਸਰ ਦੀ ਗੁਲਾਮੀ 'ਚ ਰਹਿ ਰਹੇ ਸੀ ਉੱਥੇ ਕੋਈ ਆਸ਼ੀਸ਼ ਨਹੀਂ ਸੀ, ਓਨਲੀ ਉਹਨਾਂ 'ਤੇ ਜ਼ੁਲਮ ਹੁੰਦਾ ਸੀ। ਜ਼ੁਲਮ ਦਾ ਮਤਲਬ ਰਾਤ ਦਿਨ ਉਹਨਾਂ ਨੂੰ ਕੰਮ ਕਰਨ ਲਈ ਹੀ ਕਿਹਾ ਜਾਂਦਾ ਸੀ। ਕੰਮ ਕਰਨ ਲਈ ਵੀ ਆਖਰੀ ਦਿਨਾਂ 'ਚ ਸਖਤੀ ਕਰ ਦਿੱਤੀ ਗਈ ਵੀ ਮਟੀਰੀਅਲ ਵੀ ਤੁਸੀਂ ਆਪ ਹੀ ਇਕੱਠਾ ਕਰਕੇ ਲਿਆਓ। ਇੱਟਾਂ ਪੱਥਣ ਦਾ ਕੰਮ, ਰਾਤ ਦਿਨ, ਰਾਤ ਦਿਨ, ਰਾਤ ਦਿਨ, ਇਹ ਹਾਲਤ ਸੀ ਉਹਨਾਂ ਦੀ। ਇਸ ਲਈ ਖੁਦਾ ਨੇ ਆਪਣੇ ਜਨ ਮੂਸਾ ਨੂੰ ਖੜਾ ਕੀਤਾ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਯਹੋਵਾ ਨੇ ਮੂਸਾ ਨੂੰ ਆਖਿਆ। ਪਰਮੇਸ਼ਰ ਨੇ ਮੂਸਾ ਨੂੰ ਆਖਿਆ, ਫਿਰੌਨ ਕੋਲ ਜਾ। ਹਾਂ, ਫਿਰੌਨ ਪਾਤਸ਼ਾਹ ਦੇ ਕੋਲ ਜਾ ਅਤੇ ਉਸ ਨਾਲ ਗੱਲ ਕਰ, ਉਹਦੇ ਨਾਲ ਗੱਲ ਕਰ ਕਿ ਯਹੋਵਾ ਇਬਰਾਨੀਆਂ ਦਾ ਪਰਮੇਸ਼ਰ ਇਉਂ ਫਰਮਾਉਂਦਾ ਹੈ, ਯਹੋਵਾ ਇਜ਼ਰਾਈਲੀਆਂ ਦਾ ਪਰਮੇਸ਼ਰ ਇਸ ਤਰ੍ਹਾਂ ਆਖਦਾ ਆ ਕਿ ਮੇਰੀ ਪ੍ਰਜਾ ਨੂੰ ਜਾਣ ਦੇ। ਮੇਰੀ ਪ੍ਰਜਾ ਨੂੰ ਜਾਣ ਦੇ ਮਤਲਬ ਆਜ਼ਾਦ ਕਰ ਦੇ, ਤਾਂ ਜੋ ਮੇਰੀ ਉਪਾਸਨਾ ਕਰੇ। ਬਸ, ਤਾਂ ਕੀ ਕਰੇ? ਮੇਰੀ ਉਪਾਸਨਾ ਕਰੇ। ਇਸ ਕੰਮ ਦੇ ਲਈ ਪਰਮੇਸ਼ਰ ਨੇ ਇਜ਼ਰਾਇਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ 'ਚੋਂ ਆਜ਼ਾਦ ਕੀਤਾ। ਇਹ ਟਾਰਗੇਟ ਸੀ, ਫੋਕਸ ਸੀ।
ਇਹ ਪਰਮੇਸ਼ਰ ਦਾ ਮੰਤਵ ਉਦੇਸ਼ ਸੀਗਾ ਕਿ ਗੁਲਾਮੀ ਚੋਂ ਕੱਢ ਕੇ ਮਨੁੱਖਾਂ ਦੀ ਗੁਲਾਮੀ ਚੋਂ, ਮਨੁੱਖਾਂ ਦੀ ਗੁਲਾਮੀ ਚੋਂ, ਫਿਰੌਨ ਦੀ ਗੁਲਾਮੀ ਚੋਂ ਆਪਣੇ ਲੋਕਾਂ ਨੂੰ ਕੱਢ ਕੇ ਆਜ਼ਾਦ ਕਰਕੇ ਪਰਮੇਸ਼ਰ ਆਪਣੀ ਅਧੀਨਗੀ ਦੇ ਵਿੱਚ ਲਿਆਵੇ, ਤਾਂ ਕਿ ਇਜ਼ਰਾਇਲੀ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਉਪਾਸਨਾ ਕਰਨ। ਇਹ ਟਾਰਗੇਟ ਸੀ ਨਵੇਂ ਨਿਯਮ ਦੇ ਮੁਤਾਬਕ ਵੀ। ਪਰਮੇਸ਼ਰ ਦਾ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਇਹੀ ਟਾਰਗੇਟ ਹੈ ਕਿ ਇਨਸਾਨ ਨੂੰ ਪਾਪ ਦੀ ਗੁਲਾਮੀ ਚੋਂ ਕੱਢ ਕੇ ਇਨਸਾਨ ਨੂੰ ਉਪਾਸਨਾ ਦੇ ਲਈ ਤਿਆਰ ਕਰਨਾ, ਕਿ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਇਨਸਾਨ ਉਪਾਸਨਾ ਕਰੇ, ਸਿਰਜਣਹਾਰੇ ਨੂੰ ਮਹਿਮਾ ਦੇਵੇ, ਉਹਦੀ ਉਸਤਤ ਕਰੇ। ਇਹ ਟਾਰਗੇਟ ਸੀ ਪਰਮੇਸ਼ਰ ਦਾ ਮੂਸਾ ਦੇ ਦੁਆਰਾ ਇਜ਼ਰਾਇਲੀ ਲੋਕਾਂ ਦੇ ਲਈ। ਆਜ਼ਾਦ ਕਰੇ ਤਾਂ ਕਿ ਆਜ਼ਾਦੀ ਦੇ ਨਾਲ ਖੁਦਾ ਦੀ ਉਪਾਸਨਾ ਕਰਨ। ਇਸੇ ਲਈ ਅੱਗੇ ਪਰਮੇਸ਼ਰ ਨੇ ਮੂਸਾ ਨੂੰ ਦੇ ਦੁਆਰਾ ਇਸ ਗੱਲ ਨੂੰ ਪ੍ਰਗਟ ਕੀਤਾ ਕਿ ਤੁਸੀਂ ਪਰਮੇਸ਼ਰ ਦੀ ਉਪਾਸਨਾ ਕਰੋ ਤੇ ਉਹ ਤੁਹਾਡੇ ਰੋਟੀ ਤੇ ਪਾਣੀ ਨੂੰ ਬਰਕਤ ਦੇਵੇਗਾ ਤੇ ਤੁਹਾਡੇ ਸਰੀਰਾਂ ਦੇ ਵਿੱਚੋਂ ਬਿਮਾਰੀ ਕੱਢ। ਉਪਾਸਨਾ ਦਾ ਫਲ ਕੀ ਹੈ? ਹੱਥਾਂ ਦੇ ਕੰਮਾਂ 'ਚ ਆਸ਼ੀਸ਼, ਖਾਣ ਪੀਣ ਦੀਆਂ ਵਸਤਾਂ ਤੇ ਆਸ਼ੀਸ਼ ਤੇ ਸਰੀਰ ਦੇ ਵਿੱਚ ਤੰਦਰੁਸਤੀ। ਇਹ ਫਲ ਵਾ, ਇਹ ਬਰਕਤ ਵਾ ਉਪਾਸਨਾ ਦੀ। ਥੋੜਾ ਕੰਮ ਵੀ ਕਰੋਗੇ ਤੇ ਆਸ਼ੀਸ਼ ਹੋਵੇਗੀ। ਕਿਉਂ? ਕਿਉਂਕਿ ਜਿਹੜੀ ਆਸ਼ੀਸ਼ ਹੈ ਇਹ ਤੁਹਾਡੀ ਦੌੜ ਭੱਜ ਦੇ ਨਾਲ ਨਹੀਂ ਗੀ। ਜਿੰਨੀ ਮਰਜ਼ੀ ਬੰਦਾ ਦੌੜ ਭੱਜ ਕਰੇ, ਰਾਤ ਦਿਨ ਬੰਦਾ ਲੱਗਾ ਰਵੇ, ਜੇਕਰ ਉੱਪਰ ਵਾਲੇ ਦਾ ਰਹਿਮ ਨਾ ਹੋਵੇ ਤੇ ਉਹ ਬੰਦੇ ਕੋਲ ਆਸ਼ੀਸ਼ ਨਹੀਂ ਆ ਸਕਦੀ। ਘਮੰਡ ਜ਼ਰੂਰ ਆ ਸਕਦਾ ਆ, ਨਾ ਮੁਕਤੀ ਦੌੜ ਭੱਜ ਦੇ ਨਾਲ ਹੈ ਤੇ ਨਾ ਹੀ ਆਸ਼ੀਸ਼ ਦੌੜ ਭੱਜ ਦੇ ਨਾਲ ਹੈ। ਇਹ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਹੈ, ਇਹ ਪਰਮੇਸ਼ਰ ਦੀ ਕਿਰਪਾ ਨਾਲ ਹੈ, ਇਹ ਪਰਮੇਸ਼ਰ ਦੇ ਰਹਿਮ ਨਾਲ ਆ, ਪਰਮੇਸ਼ਰ ਦੇ ਤਰਸ ਦੇ ਨਾਲ ਹੈ। ਮੁਕਤੀ ਵੀ ਉਹਦੇ ਤਰਸ ਨਾਲ ਔਰ ਇਹ ਸੰਸਾਰ ਦੀ ਆਸ਼ੀਸ਼ ਵੀ ਉਹਦੇ ਤਰਸ ਦੇ ਨਾਲ ਹੀ ਹੈ, ਦੌੜ ਭੱਜ ਦੇ ਨਾਲ ਨਹੀਂ। ਕਿਉਂਕਿ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ਰ ਨੇ ਮੂਸਾ ਦੇ ਉੱਤੇ ਹੀ ਪ੍ਰਗਟ ਕਰ ਦਿੱਤੀ। ਜੇ ਦੌੜ ਭੱਜ ਕਰਨ ਦੀ ਗੱਲ ਕਹੀਏ ਤੇ ਤੁਸੀਂ ਆਲੇ ਦੁਆਲੇ ਰੋਡਾਂ ਦੇ ਉੱਤੇ ਦੇਖ ਸਕਦੇ ਹੋ ਕਿੱਦਾਂ ਬੰਦੇ ਲੰਮੇ ਪੈ ਪੈ ਕੇ ਨੰਗੇ ਪੈਰੀਂ ਪਹਾੜਾਂ ਤੱਕ ਦੌੜ ਭੱਜ ਕਰਦੇ ਆ। ਕਿੰਨੇ ਇਨਸਾਨ ਦਾਨ ਪੁੰਨ ਕਰਦਾ, ਕਿੰਨੇ ਢੇਰ ਸਾਰੇ ਧਰਮ ਦੇ ਕੰਮ ਕਰਦਾ, ਕਿੰਨੀਆਂ ਕਠਿਨਾਈਆਂ ਝੱਲ ਕੇ ਵੀ ਧਰਮ ਦੇ ਕੰਮ ਕਰਦਾ ਆ। ਲੰਮੇ ਪੈ ਪੈ ਕੇ ਰਿੜ ਰਿੜ ਕੇ ਇਨਸਾਨ ਜਾਂਦੇ ਨੇ, ਪਹਾੜਾਂ ਤੱਕ ਜਾਂਦੇ ਨੇ। ਫਿਰ ਤਾਂ ਸਾਡੇ ਤੋਂ ਪਹਿਲਾਂ ਉਹ ਮੁਕਤੀ ਪਾ ਲੈਣਗੇ, ਫਿਰ ਤਾਂ ਰੱਬ ਨੂੰ ਉਹ ਪ੍ਰਸੰਨ ਕਰ ਦੇਣਗੇ। ਪਰ ਇਹ ਤਰਸ ਦੇ ਨਾਲ ਹੈ, ਰਹਿਮ ਦੇ ਨਾਲ ਆ, ਖੁਦਾ ਦੇ ਅਨੁਗ੍ਰਹਿ ਦੇ ਨਾਲ ਹੈ। ਜਿਹੜਾ ਅਨੁਗ੍ਰਹਿ ਪਰਮੇਸ਼ਰ ਮੂਸਾ ਦੇ ਦੁਆਰਾ ਇਜ਼ਰਾਇਲੀ ਲੋਕਾਂ ਤੇ ਕਰ ਰਿਹਾ ਹੈ। ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ਰ ਨੇ ਇਸ ਗੱਲ ਨੂੰ ਮੂਸਾ ਦੇ ਉੱਤੇ ਪ੍ਰਗਟ ਕੀਤਾ। ਰੋਮੀਆਂ ਦੀ ਪੱਤਰੀ 9 ਅਧਿਆਏ ਉਹਦੀ 15 ਤੇ 16 ਐਤ ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਕਿਉਂ ਜੋ ਉਹ ਮੂਸਾ ਨੂੰ ਆਖਦਾ ਹੈ, ਸਰਵ ਸ਼ਕਤੀਮਾਨ ਪਰਮੇਸ਼ਰ ਮੂਸਾ ਨੂੰ ਆਖਦਾ ਆ ਵੀ ਜਿਹਦੇ ਉੱਤੇ ਮੈਂ ਦਿਆਲ ਹਾਂ। ਹਾਂ, ਧਿਆਨ ਨਾਲ ਸੁਣੀਏ। ਤੁਹਾਡੀ ਸਾਰੀ ਸਮੱਸਿਆ, ਪਰੇਸ਼ਾਨੀ, ਹਰ ਸਵਾਲ ਦਾ ਉੱਤਰ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚ ਹੈ। ਹਾਂਜੀ ਪੜ੍ਹੀਏ। ਹਾਂ, ਕਿਉਂ ਜੋ ਮੂਸਾ ਨੂੰ ਆਖਦਾ ਹੈ, ਪਰਮੇਸ਼ਰ ਮੂਸਾ ਨੂੰ ਆਖਦਾ ਆ ਵੀ ਜਿਹਦੇ ਉੱਤੇ ਮੈਂ ਦਿਆਲ ਹਾਂ, ਜਿਹਦੇ ਤੇ ਮੈਂ ਦਿਆਲ ਹਾਂ। ਅੱਗੇ
ਉਸ ਉਤੇ ਦਿਆਲ ਹੋਵਾਂਗਾ। ਹਾਂ, ਜਿਹਦੇ ਤੇ ਪਰਮੇਸ਼ਰ ਕਹਿੰਦਾ ਮੈਂ ਦਿਆਲ ਵਾਂ ਨਾ, ਉਹਦੇ ਤੇ ਮੈਂ ਦਿਆਲ ਹੋਵਾਂਗਾ। ਹਾਂ, ਅਤੇ ਜਿਹਦੇ ਉੱਤੇ ਮੈਂ ਰਹਿਮ ਕਰਨਾ ਹੈ, ਜਿਹਦੇ ਤੇ ਮੈਂ ਰਹਿਮ ਕਰਨਾ ਆ, ਉਸ ਉਤੇ ਰਹਿਮ ਕਰਾਂਗਾ। ਉਹਦੇ ਤੇ ਰਹਿਮ ਕਰਾਂਗਾ। ਹਾਂ, ਸੋ ਇਹ ਤਾਂ ਨਾ ਚਾਹੁਣ ਵਾਲੇ ਦਾ, ਨਾ ਇਹ ਚਾਹੁਣ ਵਾਲੇ ਦਾ, ਨਾ ਦੌੜ ਭੱਜ ਕਰਨ ਵਾਲੇ ਦਾ, ਨਾ ਇਹ ਦੌੜ ਭੱਜ ਕਰਨ ਵਾਲੇ ਦਾ, ਸਗੋਂ ਪਰਮੇਸ਼ਰ ਦਾ ਕੰਮ ਹੈ, ਇਹ ਪਰਮੇਸ਼ਰ ਦਾ ਕੰਮ ਹੈ, ਜਿਹੜਾ ਦਇਆ ਕਰਦਾ ਹੈ। ਜਿਹੜਾ ਦਇਆ ਕਰਦਾ ਹੈ। ਤਾਲੀ ਮਾਰੀਏ ਜ਼ੋਰ ਦੇ ਨਾਲ। ਇਹ ਖੁਦਾ ਦਾ ਕੰਮ ਹੈ ਜਿਹੜਾ ਦਇਆ ਕਰਦਾ ਆ, ਨਾ ਚਾਹੁਣ ਵਾਲੇ ਦਾ ਤੇ ਨਾ ਦੌੜ ਭੱਜ ਕਰਨ ਵਾਲੇ ਦਾ। ਇਹ ਪਰਮੇਸ਼ਰ ਦਾ ਕੰਮ ਹੈ ਜਿਹੜਾ ਦਇਆ ਕਰਦਾ ਆ। ਇਸ ਲਈ ਜਦੋਂ ਮਿਸਰ ਦੀ ਗੁਲਾਮੀ 'ਚ ਦੁੱਖ ਨੂੰ ਪਰਮੇਸ਼ਰ ਦੇ ਅੱਗੇ ਰੱਖਿਆ ਤੇ ਪਰਮੇਸ਼ਰ ਨੇ ਆਪਣਾ ਰਹਿਮ, ਆਪਣਾ ਤਰਸ ਪ੍ਰਗਟ ਕੀਤਾ ਤੇ ਮੂਸਾ ਨੂੰ ਚੁਣਿਆ ਤਾਂ ਕਿ ਉਹ ਇਜ਼ਰਾਇਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ 'ਚੋਂ ਕੱਢੇ, ਤਾਂ ਕਿ ਲੋਕ ਖੁਦਾ ਦੀ ਉਪਾਸਨਾ ਕਰਨ। ਉਪਾਸਨਾ ਕਰਨ ਦੇ ਲਈ ਪਰਮੇਸ਼ਰ ਨੇ ਉਹਨਾਂ ਨੂੰ ਸੱਦਿਆ। ਜਿਹੜਾ ਖੁਦਾ ਨੂੰ ਮਹਿਮਾ ਦਿੰਦਾ ਆ, ਆਰਾਧਨਾ ਕਰਦਾ, ਉਪਾਸਨਾ ਕਰਦਾ। ਉਪਾਸਨਾ ਦਾ ਮਤਲਬ ਹਰ ਗੱਲ 'ਚ ਖੁਦਾ ਨੂੰ ਮਹਿਮਾ ਦੇਣੀ, ਹਰ ਗੱਲ 'ਚ ਪਰਮੇਸ਼ਰ ਨੂੰ ਅੱਗੇ ਰੱਖਣਾ। ਤੇ ਸਰਵ ਸ਼ਕਤੀਮਾਨ ਪਰਮੇਸ਼ਰ ਉਹਨਾਂ ਜ਼ਿੰਦਗੀਆਂ ਨੂੰ ਆਸ਼ੀਸ਼ ਦਿੰਦਾ ਆ। ਇਸੇ ਲਈ ਪਰਮੇਸ਼ਰ ਨੇ ਕਿਹਾ ਤੁਸੀਂ ਮੇਰੀ ਉਪਾਸਨਾ ਕਰੋ ਤੇ ਮੈਂ ਤੁਹਾਡੇ ਰੋਟੀ ਤੇ ਪਾਣੀ ਨੂੰ ਬਰਕਤ, ਤੁਹਾਡੇ ਸਰੀਰਾਂ 'ਚੋਂ ਬਿਮਾਰੀ ਕੱਢ ਦਿਆਂਗਾ। ਇਹ ਜ਼ਮੀਨ ਤੇ ਰਹਿੰਦਿਆਂ ਸਰੀਰ 'ਚ ਤੰਦਰੁਸਤੀ ਵੀ ਹੋਵੇਗੀ, ਹੱਥਾਂ ਦੇ ਕੰਮਾਂ 'ਚ ਬਰਕਤ ਵੀ ਹੋਵੇਗੀ। ਔਰ ਨਵੇਂ ਨੇਮ ਦੇ ਮੁਤਾਬਕ ਵੀ ਪਰਮੇਸ਼ਰ ਦੀ ਪ੍ਰਭੂ ਯੀਸ਼ੂ ਮਸੀਹ ਦੇ ਵਸੀਲੇ ਇਹੀ ਯੋਜਨਾ ਆ ਕਿ ਇਨਸਾਨ ਨੂੰ ਜਿਹਨੂੰ ਪਰਮੇਸ਼ਰ ਬੁਲਾਉਂਦਾ ਆ ਉਹ ਉਪਾਸਨਾ ਦੇ ਲਈ ਤਿਆਰ ਹੋਵੇ। ਪ੍ਰਕਾਸ਼ ਦੀ ਪੋਥੀ 7 ਅਧਿਆਏ ਉਹਦੀ 9 ਐਤ ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਇਹਦੇ ਮਗਰੋਂ ਮੈਂ ਨਿਗਾਹ ਕੀਤੀ, ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਤਾਂ ਕੀ ਵੇਖਦਾ ਹਾਂ। ਬੇ ਹਰੇਕ ਕੌਮ ਵਿੱਚੋਂ, ਲਓ ਜੀ ਧਿਆਨ ਨਾਲ ਸੁਣਨਾ, ਹਰੇਕ ਕੌਮ ਵਿੱਚੋਂ, ਇੰਡੀਆ ਦੀ ਗੱਲ ਨਹੀਂ ਗੀ, ਇੱਕ ਕੰਟਰੀ ਦੀ ਗੱਲ ਨਹੀਂ, ਸਾਰੀ ਦੁਨੀਆ ਦੀ, ਸਾਰੇ ਸੰਸਾਰ ਦੀ। ਜਦੋਂ ਪਰਮੇਸ਼ਰ ਦਾ ਕਲਾਮ ਗੱਲ ਕਰਦਾ, ਵਰਲਡ ਦੀ ਗੱਲ ਕਰਦਾ ਆ, ਸੰਸਾਰ ਦੀ ਗੱਲ ਕਰਦਾ, ਦੁਨੀਆ ਦੀ ਗੱਲ ਕਰਦਾ, ਜਗਤ ਦੀ ਗੱਲ ਕਰਦਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਤਾਂ ਕੀ ਵੇਖਦਾ ਬਈ ਹਰੇਕ ਕੌਮ ਵਿੱਚੋਂ, ਹਰੇਕ ਕੌਮ ਵਿੱਚੋਂ, ਪੂਰੇ ਸੰਸਾਰ 'ਚ, ਹਾਂ, ਅਤੇ ਸਭਨਾ ਗੋਤਾਂ, ਤੇ ਸਭਨਾ ਗੋਤਾਂ 'ਚੋਂ, ਉਮਤਾਂ 'ਚੋਂ, ਭਾਖਿਆਂ ਵਿੱਚੋਂ, ਭਾਖਿਆ ਬੋਲੀਆਂ ਵਿੱਚੋਂ ਇੱਕ ਵੱਡੀ ਭੀੜ। ਕਿੰਨੀਆਂ ਬੋਲੀਆਂ ਆ ਪੂਰੇ ਵਰਲਡ ਦੇ ਵਿੱਚ? ਸਾਡੇ ਇੰਡੀਆ ਦੇ ਵਿੱਚ ਕਿੰਨੀਆਂ ਬੋਲੀਆਂ? ਜਿੰਨੇ ਸਟੇਟ ਉਨੀਆਂ ਬੋਲੀਆਂ। ਹਰ ਸਟੇਟ ਦੀ ਆਪਣੀ ਬੋਲੀ ਹੈ। ਅਸਾਮ ਸਟੇਟ ਦੀ ਆਪਣੀ ਬੋਲੀ, ਬੰਗਾਲ ਦੀ ਆਪਣੀ ਆ, ਬਿਹਾਰ ਦੀ ਆਪਣੀ ਹੈ, ਪੰਜਾਬ ਦੀ ਆਪਣੀ ਆ, ਉੜੀਸਾ ਦੀ ਆਪਣੀ ਆ, ਰਾਜਸਥਾਨ ਦੀ ਆਪਣੀ ਹੈ। ਸਾਰੀਆਂ ਹੀ ਬੋਲੀਆਂ ਜਿੰਨੀਆਂ ਵਰਲਡ ਦੇ ਵਿੱਚ ਆ, ਸਾਰੀਆਂ ਹੀ ਕੌਮਾਂ ਜਿੰਨੀਆਂ ਸੰਸਾਰ 'ਚ ਹੈ, ਇਹ ਪੂਰੇ ਵਰਲਡ ਦਾ ਬਾਰੇ ਬਿਆਨ ਕੀਤਾ ਗਿਆ ਆ ਇਸ ਐਤ ਦੇ ਵਿੱਚ। ਜਿਨ੍ਹਾਂ ਨੇ ਪਛਤਾਪ ਕੀਤਾ, ਤੋਬਾ ਕੀਤੀ, ਬਪਤਿਸਮਾ ਲਿਆ। ਪੁਰਾਣੇ ਨੇਮ ਦੇ ਵਿੱਚ ਪਰਮੇਸ਼ਰ ਦੀ ਇਜ਼ਰਾਇਲੀ ਲੋਕਾਂ ਲਈ ਯੋਜਨਾ ਸੀ ਵਾਅਦੇ ਵਾਲੀ ਧਰਤੀ, ਖੁਸ਼ਹਾਲ ਧਰਤੀ ਤੇ ਲੈ ਕੇ ਜਾਣ ਦੀ।
ਇਸੇ ਲਈ ਪਰਮੇਸ਼ਰ ਨੇ मूसा ਦੇ ਦੁਆਰਾ ਇਸ ਗੱਲ ਨੂੰ ਪ੍ਰਗਟ ਕੀਤਾ ਕਿ ਫਿਰੌਨ ਕੋ ਜਾ ਤੇ ਆਖ ਮੇਰੀ ਪ੍ਰਜਾ ਨੂੰ ਛੱਡ ਦੇ, ਆਜ਼ਾਦ ਕਰ ਦੇ, ਤਾਂ ਕਿ ਉਹ ਮੇਰੀ ਉਪਾਸਨਾ ਕਰੇ। ਕਿ ਫਿਰੌਨ ਦਾ ਕੰਮ ਛੱਡ ਦੇਵੇ ਤੇ ਖੁਦਾ ਦਾ ਕੰਮ ਕਰੇ। ਤਾਲੀ ਮਾਰੀਏ ਜ਼ੋਰ ਦੇ ਨਾਲ। ਸਾਨੂੰ ਪਰਮੇਸ਼ਰ ਨੇ ਇਸੇ ਲਈ ਬੁਲਾਇਆ ਆ, ਇਸੇ ਲਈ ਜੀਵਨ ਦਿੱਤਾ ਆ। ਉਤਪਤ 1:26 ਦੇ ਵਿੱਚ ਲਿਖਿਆ, ਜਦੋਂ ਪਰਮੇਸ਼ਰ ਨੇ ਮਨੁੱਖ ਦੀ ਰਚਨਾ ਕੀਤੀ ਤੇ ਕਿਹਾ ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਈਏ, ਤੇ ਉਹ ਕਰੇਗਾ ਕਿ ਸਾਰੀ ਧਰਤੀ ਤੇ ਹਰ ਚੀਜ਼ ਤੇ ਰਾਜ ਤੇ ਖੁਦਾ ਦੀ ਉਪਾਸਨਾ ਕਰੇ। ਉਪਾਸਨਾ ਦੇ ਲਈ ਬੁਲਾਇਆ ਆ, ਮਹਿਮਾ ਲਈ ਬੁਲਾਇਆ ਆ। ਨਵੇਂ ਨੇਮ ਦੇ ਮੁਤਾਬਕ ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਹਾਂਜੀ। ਇਹਦੇ ਮਗਰੋਂ ਮੈਂ ਨਿਗਾਹ ਕੀਤੀ, ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਤਾਂ ਕੀ ਵੇਖਦਾ ਹਾਂ, ਬੇ ਹਰੇਕ ਕੌਮ ਵਿੱਚੋਂ, ਹਰੇਕ ਕੌਮ ਵਿੱਚੋਂ ਅਤੇ ਸਭਨਾ ਗੋਤਾਂ ਉਮਤਾਂ ਅਤੇ ਭਾਖਿਆਂ ਵਿੱਚੋਂ, ਅਤੇ ਬੋਲੀਆਂ ਵਿੱਚੋਂ ਇੱਕ ਵੱਡੀ ਭੀੜ, ਹਾਂ ਇੱਕ ਵੱਡੀ ਭੀੜ, ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਹਾਂ ਉਸ ਭੀੜ ਦੀ, ਉਸ ਕਲੀਸਿਆ ਦੀ, ਉਸ ਸੰਗਤ ਦੀ ਕੋਈ ਬੰਦਾ ਗਿਣਤੀ ਕਰ। ਉਹ ਜਿਨ੍ਹਾਂ ਨੇ ਤੋਬਾ ਕੀਤੀ, ਜਿਨ੍ਹਾਂ ਨੇ ਬਪਤਿਸਮਾ ਲਿਆ, ਜਿਨ੍ਹਾਂ ਨੇ ਕਲਾਮ ਨਾਲ ਆਪਣੇ ਜੀਵਨਾਂ ਨੂੰ ਪਰਮੇਸ਼ਰ ਦੇ ਯੋਗ ਬਣਾਇਆ। ਇੱਕ ਵੱਡੀ ਭੀੜ ਜਿਹਦੀ ਕਿਸੇ ਤੋਂ ਗਿਣਤੀ ਨਹੀਂ ਹੁੰਦੀ। ਯਹੰਨਾ ਪਾਤਮਸ ਟਾਪੂ 'ਚ ਪਰਮੇਸ਼ਰ ਨੇ ਆਉਣ ਵਾਲੇ ਸਮੇਂ ਦੇ ਬਾਰੇ ਯਹੰਨਾ ਨੂੰ ਪਹਿਲਾਂ ਹੀ ਦਿਖਾ ਦਿੱਤਾ। ਉਹ ਚੇਲਾ ਜਿਹੜਾ ਯੀਸ਼ੂ ਮਸੀਹ ਦੇ ਨਾਲ ਮਾਂ ਦੀ ਤਰ੍ਹਾਂ ਪਿਆਰ ਕਰਦਾ ਸੀ, ਜਿੱਦਾਂ ਮਾਂ ਬੱਚੇ ਨੂੰ ਕਰਦੀ, ਬੱਚਾ ਮਾਂ ਨੂੰ ਕਰਦਾ। ਯੀਸ਼ੂ ਮਸੀਹ ਦੀ ਛਾਤੀ ਤੇ ਢਾਸਣਾ ਲਾ ਕੇ ਸੌਣ ਵਾਲਾ, ਜਿਹਨੇ ਮੁਹੱਬਤ ਦੇ ਭੇਤ ਨੂੰ ਪਾਇਆ। ਯਹੰਨਾ ਦੀ ਅੰਜੀਲ 3 ਪੱਤਰੀਆਂ ਤੇ ਪ੍ਰਕਾਸ਼ ਦੀ ਪੋਥੀ ਉਸੇ ਦੀ ਹੈ। ਉਹਦੇ ਤੇ ਜਿੱਡੀ ਮੁਹੱਬਤ ਉਹਨੇ ਖੁਦਾ ਨਾਲ ਕੀਤੀ, ਓਡੇ ਗਹਿਰੇ ਭੇਤ ਹਜ਼ਾਰਾਂ ਸਾਲਾਂ ਦੇ ਪਰਮੇਸ਼ਰ ਨੇ ਉਹਦੇ ਉੱਤੇ ਪ੍ਰਗਟ ਕੀਤੇ। ਇਹ ਗੱਲ ਕਲੀਅਰ ਹੈ, ਜਿੰਨਾ ਤੁਸੀਂ ਕਿਸੇ ਦੇ ਨੇੜੇ ਚਲੇ ਜਾਂਦੇ ਹੋ ਓਨਾ ਤੁਸੀਂ ਜ਼ਿਆਦਾ ਉਹਨੂੰ ਜਾਣ ਲੈਂਦੇ ਹੋ। ਜਿੰਨਾ ਕਿਸੇ ਦੇ ਤੁਸੀਂ ਨੇੜੇ ਚਲੇ ਜਾਂਦੇ ਹੋ ਓਨਾ ਜ਼ਿਆਦਾ ਉਹਨੂੰ ਜਾਣ ਲੈਂਦੇ ਹੋ। ਇਹ ਉਹ ਯਹੰਨਾ ਜਿਹਨੇ ਆਪਣੀ ਦਿਲ ਦੀ ਚਾਹ ਦੇ ਨਾਲ ਯੀਸ਼ੂ ਦੇ ਪ੍ਰਤੀ ਮੁਹੱਬਤ ਦਿਖਾਈ, ਔਰ ਪਰਮੇਸ਼ਰ ਨੇ ਵੀ ਹਜ਼ਾਰਾਂ ਸਾਲਾਂ ਦੇ ਭੇਤ ਜਿਹੜੇ ਆ ਉਹਦੇ ਉੱਤੇ ਪ੍ਰਗਟ ਕੀਤੇ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਉਹ ਭੀੜ ਜਿਹਦੇ ਕੋਲੋਂ ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ, ਹਾਂ ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਹਾਂ ਚਿੱਟੇ ਵਸਤਰ ਪਹਿਨੇ, ਹਾਂ ਚਿੱਟੇ ਵਸਤਰ ਪਹਿਨੇ, ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ, ਖਜੂਰਾਂ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ, ਸਿਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ। ਹਾਂ ਲੇਲੇ ਦੇ ਸਾਹਮਣੇ ਉਹ ਭੀੜ ਖੜੀ ਹੈ। ਹਾਲੇਲੂਇਆ, ਹਾਲੇਲੂਇਆ। ਤੇ ਕਰਦੀ ਕੀ ਆ? ਪੜ੍ਹੀਏ 15, 16 ਤੇ 17 ਕੱਲੀ ਕੱਲੀ ਐਤ ਕੱਲਾ ਵਰਡ ਪੜ੍ਹੀਏ। ਹਾਂਜੀ। ਇਸ ਕਰਕੇ ਉਹ ਸਿਘਾਸਨ ਦੇ ਮੋਹਰੇ ਹਨ, ਹਾਂ ਉਹ ਸਿਘਾਸਨ ਦੇ ਮੋਹਰੇ ਹਨ, ਹਾਂ ਅਤੇ ਉਹਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ। ਹਾਂ ਸਿਘਾਸਨ ਦੇ ਮੋਹਰੇ ਉਹਦੀ ਹੈਕਲ ਵਿੱਚ ਰਾਤ ਦਿਨ ਕੀ ਕਰਦੇ ਆ? ਉਪਾਸਨਾ ਕਰਦੇ ਆ। ਹਾਲੇਲੂਇਆ, ਹਾਲੇਲੂਇਆ। ਰਾਤ ਦਿਨ ਇਹੀ ਕੰਮ ਹੈ। ਕਿੰਨਾ ਆਨੰਦ ਹੋਵੇਗਾ। ਆਪਾਂ ਥੋੜਾ ਕੁ ਚਿਰ ਰੱਬ ਦੀ ਹਜ਼ੂਰੀ 'ਚ ਉਪਾਸਨਾ ਕਰਦੇ ਹਾਂ, 2-3 ਭਜਨ ਗਾਉਂਦੇ ਹਾਂ, 15-20 ਮਿੰਟ, ਅੱਧਾ ਘੰਟਾ, ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸੰਸਾਰ ਦੇ ਚਿੰਤਾ ਪਰੇਸ਼ਾਨੀਆਂ ਬੋਝ ਤੋਂ ਆਜ਼ਾਦ ਹੋ ਗਏ। ਸਾਡੀ ਆਤਮਾ ਇੱਕ ਵੱਖਰਾ ਸਕੂਨ ਮਹਿਸੂਸ ਕਰਦੀ ਹੈ।
ਤਾਂ ਜਿੱਥੇ 24 ਘੰਟੇ ਉਪਾਸਨਾ ਹੁੰਦੀ ਹੈ, ਕਿੱਡਾ ਆਨੰਦ ਹੋਵੇਗਾ, ਵਰਣਨ ਕਰਨ ਤੋਂ ਬਾਹਰ ਹੈ। ਪਰਮੇਸ਼ਰ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਸਾਨੂੰ ਉਸ ਭੀੜ ਦਾ ਹਿੱਸਾ ਬਣਾਉਣਾ ਹੈ ਉਹਨੇ। ਪਰ ਤਦੇ ਹੀ ਜੇ ਅਸੀਂ ਜ਼ਮੀਨ 'ਤੇ ਰਹਿ ਕੇ ਇਹ ਭੇਤ ਪਾ ਲਵਾਂਗੇ ਤਾਂ ਸਿੱਖ ਲਵਾਂਗੇ। ਜਿਹਦਾ ਹੁਣ ਵਿਸ਼ਵਾਸੀ ਦਾ ਕਹਿੰਦਾ ਵਿਸ਼ਵਾਸੀ ਆ, ਤੇ ਉਹਦਾ ਆਰਾਧਨਾ 'ਚ ਮਨ ਹੀ ਨਹੀਂ ਲੱਗਦਾ, ਉਹ ਦਿਲ ਨਹੀਂ ਖੋਲ੍ਹਦਾ, ਜ਼ਬਾਨ ਨਹੀਂ ਖੋਲ੍ਹਦਾ, ਹੱਥ ਨਹੀਂ ਖੋਲ੍ਹਦਾ, ਤੇ ਹੁਣ ਤੁਸੀਂ ਵਿਚਾਰ ਕਰੋ ਵੀ ਉਸ ਭੀੜ ਦਾ ਹਿੱਸਾ ਹੋ ਜਾਓ। ਹਾਂਜੀ, ਉਹ ਉਹਦੇ 'ਚ ਜਾ ਮਿਲੂਗਾ ਜੇ ਇੱਥੇ ਨਹੀਂ ਆਪਾਂ ਕੁਛ ਕਰਦੇ। ਇਹ ਜਿਹੜੇ ਇੱਥੇ ਸਫਲ ਹੁੰਦੇ ਨੇ, ਜਿਹਨੇ 5ਵੀਂ 'ਚ ਨਹੀਂ ਪੜ੍ਹਾਈ ਕੀਤੀ ਤਾਂ 6ਵੀਂ 'ਚ ਕਿੱਦਾਂ ਚੱਲ ਜਾਊ, ਤਾਂ ਜਿਹਨੇ 9ਵੀਂ 'ਚ ਨਹੀਂ ਕੀਤੀ ਉਹ 10ਵੀਂ 'ਚ ਕਿੱਦਾਂ ਚੱਲ ਜਾਊ, ਤੇ ਜਿਹਨੇ 10ਵੀਂ ਕਲੀਅਰ ਨਹੀਂ ਕੀਤੀ ਉਹ ਅਗਲੀ ਕਲਾਸ 'ਚ ਕਿੱਦਾਂ ਚਲੇ ਜਾਊ। ਜਿਹੜਾ ਇੱਥੇ ਹੀ ਨਹੀਂ ਕੁਛ ਕਰਦਾ, ਕਿੰਨਾ ਕੁ ਚਿਰ, ਘੰਟਾ ਜਾਂ 2 ਘੰਟੇ, ਤਾਂ ਫਿਰ 24 ਘੰਟੇ ਕਰ ਲਓ। ਹਾਂਜੀ, ਬਹੁਤ ਔਖਾ ਆ। ਖੁਦਾ ਦਾ ਆਤਮਾ ਸਾਨੂੰ ਇੱਥੇ ਸਿਖਾਉਣਾ ਚਾਹੁੰਦਾ ਹੈ, ਜੇ ਅਗਲੇ ਆਨੰਦ 'ਚ ਪ੍ਰਵੇਸ਼ ਕਰਨਾ ਆ। ਉਹ ਆਨੰਦ ਜਿਹਨੇ ਕਦੀ ਖਤਮ ਨਹੀਂ ਹੋਣਾ। ਇਸੇ ਲਈ ਪਰਮੇਸ਼ਰ ਨੇ ਸਾਨੂੰ ਬੁਲਾਇਆ ਆ, ਇਸੇ ਲਈ ਸੱਦਿਆ ਆ। ਉਹਦਾ ਉਦੇਸ਼ ਹੈ ਸਾਨੂੰ ਉਸ ਆਰਾਮ ਵਿੱਚ ਲੈ ਕੇ ਜਾਣਾ ਜਿਹੜਾ ਸਦਾ ਦਾ ਆਰਾਮ ਹੈ, ਜਿੱਥੇ ਰੋਣਾ ਨਹੀਂਗਾ, ਆਂਸੂ ਬਹਾਉਣਾ ਨਹੀਂ, ਕਚੀਚੀਆਂ ਵੱਟਣਾ ਨਹੀਂਗਾ, ਜਿੱਥੇ ਹਮੇਸ਼ਾ ਦਾ ਆਨੰਦ ਹੈ। ਇਸ ਕਰਕੇ ਇਹ ਗੱਲ ਨੂੰ ਸਾਡੇ ਲਈ ਜਾਣਨਾ ਜ਼ਰੂਰੀ ਹੈ। ਪਰਮੇਸ਼ਰ ਤਾਂ ਸਾਨੂੰ ਉਸ ਆਨੰਦ ਵਿੱਚ ਲੈ ਕੇ ਜਾਣਾ ਚਾਹੁੰਦਾ ਜਿਹੜਾ ਆਨੰਦ ਕਦੇ ਖਤਮ ਨਹੀਂ ਹੋਣ ਵਾਲਾ। ਰਹੀ ਗੱਲ ਸੰਸਾਰਿਕ ਲੋੜਾਂ ਜ਼ਰੂਰਤਾਂ ਦੀ, ਤੁਸੀਂ ਰੂਹ ਤੇ ਸੱਚਾਈ ਨਾਲ ਖੁਦਾ ਦੀ ਇਬਾਦਤ ਕਰਕੇ ਵੇਖੋ। ਤੁਸੀਂ ਜੋ ਕਦੀ ਸੋਚਿਆ ਨਹੀਂ ਹੈ ਨਾ, ਵਿਚਾਰ ਨਹੀਂ ਕੀਤਾ, ਪਰਮੇਸ਼ਰ ਉਸ ਤੋਂ ਵੀ ਹਜ਼ਾਰਾਂ ਗੁਣਾ ਵੱਧ ਤੁਹਾਡੇ ਲਈ ਕਰਨ ਦੀ ਤਾਕਤ ਰੱਖਦਾ ਹੈ ਔਰ ਕਰਕੇ ਦਿਖਾਵੇਗਾ। ਉਹਨੇ ਤੁਹਾਡੇ ਲਈ ਉੱਤਮ ਤੇ ਸ੍ਰੇਸ਼ਟ ਯੋਜਨਾਵਾਂ ਬਣਾਈਆਂ ਹੋਈਆਂ। ਉਹਨੇ ਇਜ਼ਰਾਇਲੀ ਲੋਕਾਂ ਲਈ ਉੱਤਮ ਯੋਜਨਾ ਬਣਾਈ ਹੋਈ ਸੀ। ਉੱਥੇ ਲੈ ਕੇ ਜਾਊਂਗਾ ਜਿੱਥੇ ਤੁਹਾਨੂੰ ਕੁਝ ਕਰਨਾ ਨਹੀਂ ਪਵੇਗਾ, ਜਿੱਥੇ ਸਭ ਕੁਝ ਤੁਹਾਨੂੰ ਬਣਿਆ ਬਣਾਇਆ ਮਿਲੇਗਾ। ਇੱਕ ਜ਼ਮੀਨ ਜਿਹਦੇ ਵਿੱਚੋਂ ਸਾਰੀਆਂ ਆਸ਼ੀਸ਼ਾਂ ਨਿਕਲਦੀਆਂ। ਪਰ ਉਹ ਵਿਜ਼ਨ, ਉਹ ਪਰਮੇਸ਼ਰ ਦੇ ਉਦੇਸ਼ ਨੂੰ, ਉਹ ਪਰਮੇਸ਼ਰ ਦੇ ਦਰਸ਼ਨ ਨੂੰ ਸਮਝ ਨਹੀਂ ਸਕੇ। ਇਸੇ ਲਈ ਉਹ ਵਾਰ-ਵਾਰ ਬੁੜ ਬਣਾਉਂਦੇ ਸੀ, ਵਾਰ-ਵਾਰ ਮੂਸਾ ਦੇ ਵਿਰੋਧ, ਖੁਦਾ ਦੇ ਵਿਰੋਧ ਹੁੰਦੇ ਸੀ, ਜਿਹਦੇ ਕਾਰਨ ਘਾਟੇ ਦਾ, ਪਰੇਸ਼ਾਨੀਆਂ ਦਾ ਤੇ ਹਾਨੀ ਦਾ ਕਾਰਨ ਬਣਦੇ ਸਨ। ਇਸ ਲਈ ਜਦੋਂ ਅਸੀਂ ਖੁਦਾ ਦੀ ਹਜ਼ੂਰੀ ਚਾਹੁੰਦੇ ਹਾਂ, ਯਤਨ ਕਰੀਏ ਕਿ 10 ਮਿੰਟ ਜ਼ਿਆਦਾ ਲੱਗ ਜਾਣ ਰੱਬ ਦੀ ਹਜ਼ੂਰੀ 'ਚ, ਦਿਲ ਦੀ ਚਾਹ ਨਾ ਲੱਗਣ। ਸਾਨੂੰ ਹੁਣ ਕਈਆਂ ਦੇ ਬਾਹਰੋਂ ਫੋਨ ਆਉਂਦੇ ਰਹਿੰਦੇ ਜੀ, ਇੱਥੇ ਵੀ ਕੰਮ ਕਰਨ ਵਾਲਿਆਂ ਨੂੰ ਪਤਾ, ਸੰਤ ਜੀ ਦੁਆ ਕਰੋ, ਓਵਰ ਟਾਈਮ ਨਹੀਂ ਲੱਗਦਾ। ਕੀ ਨਹੀਂ ਲੱਗਦਾ? ਓਵਰ ਟਾਈਮ ਲੱਗਣਾ ਜ਼ਿਆਦਾ ਪੈਸੇ ਬਣਦੇ ਆ। ਦੁਆ ਕਰੋ, ਓਵਰ ਟਾਈਮ ਲੱਗਣ ਲੱਗ ਪਵੇ। ਤਾਂ ਜੇ ਕਿਤੇ ਓਵਰ ਟਾਈਮ ਤੁਸੀਂ ਖੁਦਾ ਦੀ ਹਜ਼ੂਰੀ 'ਚ ਲਾਉਣ ਲੱਗ ਪਏ ਨਾ, ਤੇ ਜੇ ਇੱਥੇ ਲਾਉਣ ਦੇ ਨਾਲ ਤੁਹਾਡੀ ਤਸੱਲੀ ਹੁੰਦੀ ਥੋੜ੍ਹੀ ਜਿਹੀ, ਤਾਂ ਫਿਰ ਜੇ ਰੱਬ ਦੀ ਹਜ਼ੂਰੀ 'ਚ ਲਾਉਣ ਲੱਗ ਪਏ ਫਿਰ ਤੁਹਾਡੀ ਤਸੱਲੀ ਨਹੀਂ, ਖੁਦਾ ਤੁਹਾਡੇ ਦੁਆਰਾ ਘਰਾਣੇ ਦੀ ਤੇ ਸਮਾਜ ਦੀ ਤਸੱਲੀ ਵੀ ਕਰਾਊਗਾ। ਦੁਨੀਆ ਨੂੰ ਬਰਕਤਾਂ ਦੇ ਨਾਲ ਭਰੇਗਾ ਜੇਕਰ ਤੁਸੀਂ ਇਹ ਭੇਦ ਸਮਝ ਲਿਆ।
ਇਹ ਜ਼ਮੀਨ ਤੇ ਜ਼ਰੂਰ ਓਵਰ ਟਾਈਮ ਲਾਉਣਾ ਚਾਹੁੰਦੇ ਆ ਜੇ ਰੱਬ ਦੀ ਹਜ਼ੂਰੀ 'ਚ ਲਾ ਕੇ ਵੇਖੋਗੇ। ਇੱਥੇ ਤਾਂ ਸਾਡੇ ਕੋਲ ਉਹਨਾਂ ਟਾਈਮ ਵੀ ਨਹੀਂ ਲੱਗਦਾ ਵੀ 2 ਘੰਟੇ, ਘੰਟਾ, 1.5 ਘੰਟਾ ਅਸੀਂ ਦਿਲ ਦੀ ਚਾਹ ਦੇ ਨਾਲ ਤਿਆਰੀ ਕਰਕੇ ਰੱਬ ਦੀ ਹਜ਼ੂਰੀ 'ਚ ਬੈਠੀਏ। ਦਾਊਦ ਇਹ ਗੱਲ ਕਹਿੰਦਾ ਮੈਂ ਤੜਕੇ ਤਿਆਰੀ ਕਰਕੇ ਪਰਮੇਸ਼ਰ ਦੀ ਹਜ਼ੂਰੀ 'ਚ ਬੈਠਾ, ਤੜਕੇ ਤਿਆਰੀ ਕਰਕੇ। ਚੌਵੀ ਘੰਟੇ ਸਵਰਗ ਦੇ ਵਿੱਚ ਉਪਾਸਨਾ ਹੁੰਦੀ ਹੈ। ਦੇਖ ਲਓ ਤੁਹਾਡੇ ਇਕੱਲੇ ਇਕੱਲੇ ਦੀ ਬਾਈਬਲ 'ਚ ਲਿਖਿਆ ਹੈ, ਔਰ ਅਸੀਂ ਬਾਈਬਲ ਦੇ ਹਰ ਵਚਨ 'ਤੇ 100% ਭਰੋਸਾ ਕਰਦੇ ਹਾਂ, ਕਿਉਂਕਿ ਇਹ ਬੰਦੇ ਦੀ ਲਿਖਤ ਨਹੀਂ, ਇਹ ਸਪਿਰਿਟ ਦੀ ਲਿਖਤ ਹੈ, ਹੋਲੀ ਸਪਿਰਿਟ ਦੀ। ਔਰ ਜੋ ਲਿਖਿਆ ਗਿਆ ਨਿਰੋਲ ਸੱਚਾਈ ਹੈ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ 15 ਇਸ ਕਰਕੇ ਉਹ ਪਰਮੇਸ਼ਰ ਦੇ ਸਿਘਾਸਨ ਦੇ ਮੋਹਰੇ ਹਨ ਹਾਂ, ਅਤੇ ਉਹਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ। ਰਾਤ ਦਿਨ ਸੌਣ ਵਾਲੀ ਗੱਲ ਤਾਂ ਲੱਗਦੀ ਨਹੀਂ। ਹਾਂਜੀ, ਇਹ ਨੀਂਦ ਜਿਹੜੀ ਆ ਨਾ, ਇਹ ਸਰੀਰ ਨੂੰ ਹੀ ਆਉਂਦੀ ਹੈ। ਨੀਂਦ ਕਿਹਨੂੰ ਆਉਂਦੀ ਹੈ? ਜੋ ਥੱਕ ਜਾਂਦਾ, ਇਹ ਕਮਜ਼ੋਰ ਹੈ। ਚੇਲਿਆਂ ਨੂੰ ਕਿਹਾ ਪ੍ਰਾਰਥਨਾ ਕਰੋ, ਤੀਸਰੀ ਵਾਰੀ ਪ੍ਰਭੂ ਨੇ ਜਦੋਂ ਚੇਲਿਆਂ ਨੂੰ ਕਿਹਾ ਤਾਂ ਸੁੱਤੇ ਪਏ ਸੀ। ਪ੍ਰਭੂ ਨੇ ਕਿਹਾ ਆਤਮਾ ਤਿਆਰ ਆ ਪਰ ਸਰੀਰ ਕੀ ਹੈ? ਇਹ ਜਦੋਂ ਥੱਕ ਜਾਂਦਾ ਆ ਇਹਨੂੰ ਨੀਂਦ ਆ ਜਾਂਦੀ ਹੈ। ਗੱਲ ਸਪਿਰਚੁਅਲ ਹੈ। 24 ਘੰਟੇ, ਤੇ ਜੇ ਘੰਟੇ 2 ਘੰਟੇ ਅਸੀਂ ਇੱਥੇ ਆਨੰਦ ਨਾਲ ਰੱਬ ਦੀ ਉਪਾਸਨਾ ਨਹੀਂ ਕਰ ਸਕੇ ਤਾਂ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ 24 ਘੰਟੇ ਜਿੱਥੇ ਆਰਾਧਨਾ ਹੁੰਦੀ ਹੈ ਉੱਥੇ ਅਸੀਂ ਦਾਖਲ ਹੋ ਜਾਵਾਂਗੇ? ਹੋ ਜਾਓਗੇ ਦਾਖਲ ਫਿਰ। ਤੇ ਜੇ ਅਸੀਂ ਘੰਟੇ 1.5 ਘੰਟਾ ਨਹੀਂ ਇੱਥੇ ਮਨ ਦੀ ਚਾਹ ਦੇ ਨਾਲ ਉਪਾਸਨਾ ਕਰ ਸਕੇ ਤੇ ਸਾਨੂੰ 24 ਘੰਟਿਆਂ ਵਾਲੀ ਮੰਡਲੀ ਦੇ ਵਿੱਚ ਦਾਖਲ ਕਰ ਲਓ। ਵਿਚਾਰ ਕਰਕੇ ਦੇਖੋ। ਇਹ ਠੀਕ ਆ ਵੀ ਅਸੀਂ ਕਹਿੰਦੇ ਸਵਰਗ 'ਚ ਜਾਣਾ, ਸਵਰਗ 'ਚ ਜਾ ਕੇ ਉੱਦਾਂ ਹੀ ਥੋੜ੍ਹੀ ਤੁਹਾਨੂੰ ਬਿਠਾ ਦੇਣਾ ਵੀ ਇੱਥੇ ਬੈਠੇ ਰਹੋ ਤੁਸੀਂ, ਉੱਥੇ ਵੀ ਕੰਮ ਕਰਨਾ ਪੈਣਾ। ਜਿਹਦੇ ਰਾਹ 'ਚ ਜਾਣਾ, ਜਿਹਦੀ ਹਜ਼ੂਰੀ 'ਚ ਜਾਣਾ ਨਾ, ਉਹਦੇ 24 ਘੰਟੇ ਉਪਾਸਨਾ ਕਰਨੀ ਹੈ। ਤਾਲੀ ਮਾਰੀਏ ਜ਼ੋਰ ਦੇ ਨਾਲ। ਇਸ ਲਈ ਇਹ ਗੱਲ ਨੂੰ ਸਾਡੇ ਲਈ ਜਾਣਨਾ ਜ਼ਰੂਰੀ ਹੈ। ਖੁਦਾ ਨੇ ਮੂਸਾ ਦੇ ਦੁਆਰਾ ਇਸ ਗੱਲ ਨੂੰ ਪ੍ਰਗਟ ਕੀਤਾ ਕਿ ਫਿਰੌਨ ਕੋ ਜਾ ਤੇ ਉਹਨੂੰ ਆਖ ਮੇਰੀ ਪਰਜਾ ਨੂੰ ਛੱਡ ਦੇ, ਆਜ਼ਾਦ ਕਰ ਦੇ, ਤਾਂ ਕਿ ਮੇਰੀ ਉਪਾਸਨਾ ਕਰਨ। ਇਹ ਤੇਰੀ ਉਪਾਸਨਾ ਕਰਕੇ ਅੱਕ ਗਏ ਆ, ਥੱਕ ਗਏ ਆ, ਤੇਰੇ ਕੰਮ ਕਰਕੇ ਅੱਕ ਗਏ, ਥੱਕ ਗਏ ਆ। ਹੁਣ ਤੂੰ ਇਹਨਾਂ ਨੂੰ ਯਾਦ ਕਰ ਦੇ, ਇਹ ਮੇਰੇ ਕੰਮ ਕਰਨ, ਮੇਰੀ ਉਪਾਸਨਾ ਕਰਨ, ਤੇ ਮੈਂ ਇਹਨਾਂ ਦੇ ਰੋਟੀ ਤੇ ਪਾਣੀ ਨੂੰ ਬਰਕਤ ਦਿਆਂਗਾ, ਤੇ ਮੈਂ ਇਹਨਾਂ ਦੇ ਸਰੀਰਾਂ 'ਚ ਬਿਮਾਰੀ ਕੱਢ, ਹੱਥਾਂ ਦੇ ਕੰਮਾਂ 'ਚ ਬਰਕਤ ਵੀ ਆਊਗਾ ਤਾਂ ਸਰੀਰ 'ਚ ਤੰਦਰੁਸਤੀ ਵੀ ਆਊਗੀ। ਤੁਸੀਂ ਦਿਲ ਦੀ ਚਾਹ ਦੇ ਨਾਲ ਇੱਥੇ ਖੁਦਾ ਦੀ ਜਦੋਂ ਉਪਾਸਨਾ ਕਰਦੇ ਹੋ, ਮਹਿਸੂਸ ਕਰਦੇ ਹੋ, ਤੇ ਜੇ ਤੁਸੀਂ 24 ਘੰਟੇ ਇਸ ਸਥਿਤੀ 'ਚ ਰਹੋਗੇ ਫਿਰ ਤੁਸੀਂ ਕਿੱਡੇ ਆਨੰਦ ਨੂੰ ਪ੍ਰਾਪਤ ਕਰੋਗੇ। ਵਿਚਾਰ ਕਰਕੇ ਦੇਖੋ। ਜੇ ਤੁਹਾਡੀ ਹਾਲਤ ਜਿੱਦਾਂ ਤੁਸੀਂ ਚਰਚ 'ਚ ਆ ਗਏ, ਆਰਾਧਨਾ ਕੀਤੀ, ਵਚਨ ਸੁਣੇ, ਮਨ ਸ਼ਾਂਤੀ ਨਾਲ ਭਰ ਗਿਆ, ਜੇ ਇੱਦਾਂ ਦਾ ਮਾਹੌਲ ਤੁਸੀਂ ਆਪਣੇ ਘਰ 'ਚ ਵੀ ਬਣਾਓ, ਜੇ ਇੱਦਾਂ ਦਾ ਮਾਹੌਲ ਆਪਣੀ ਫੈਕਟਰੀ 'ਚ ਵੀ ਬਣਾਓ, ਆਪਣੇ ਕੰਮ ਧੰਦੇ ਕਰਦੇ ਹਰ ਜਗ੍ਹਾ 'ਤੇ ਬਣਾਓ, ਤੇ ਤੁਸੀਂ ਸਰੀਰ 'ਚ ਰਹਿੰਦੇ, ਜ਼ਮੀਨ 'ਤੇ ਰਹਿੰਦੇ ਸਵਰਗ ਦਾ ਆਨੰਦ ਪ੍ਰਾਪਤ ਕਰੋਗੇ। ਫਿਰ ਆ ਲੜਾਈਆਂ ਝਗੜੇ ਵਾਲੀਆਂ ਗੱਲਾਂ, ਪਰ ਖਿੱਚਾ ਧੂਆ ਵਾਲੀਆਂ ਗੱਲਾਂ ਜਿਹੜੀਆਂ, ਇਹ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਅਗਲੀ ਗੱਲ ਅਸੀਂ ਜਿਹੜੀ ਸਿੱਖਣੀ ਹੈ ਅਗਲੇ ਸੰਡੇ ਦੇ ਵਿੱਚ, ਪਰ ਇੱਥੇ ਜ਼ਰੂਰ ਅਸੀਂ ਥੋੜ੍ਹਾ ਜਿਹਾ ਵਿਚਾਰ ਕਰਾਂਗੇ। ਪੜ੍ਹੀਏ ਜਲਦੀ। ਹੁਣ 15 ਪੜ੍ਹੀ, 16 17 ਪੜ੍ਹ ਦਈਏ। ਉਹ ਫਿਰ ਭੁੱਖੇ ਨਾ ਹੋਣਗੇ। ਲਓ ਜੀ, ਭੁੱਖੇ ਨਾ ਹੋਣਗੇ। ਹਾਂ, ਨਾ ਫਿਰ ਤਹਾਏ ਹੋਣਗੇ। ਭੁੱਖ ਨਹੀਂ ਲੱਗੇਗੀ ਤੇ ਇਹ ਨਹੀਂ ਲੱਗੇਗੀ। ਨਾ ਪਾਣੀ ਦੀ ਜ਼ਰੂਰਤ ਹੈ, ਨਾ ਰੋਟੀ ਦੀ ਜ਼ਰੂਰਤ ਹੈ। ਅੱਗੇ ਨਾ ਧੁੱਪ, ਨਾ ਕੋਈ ਲੂ ਨਾ ਤੇ ਪਵੇਗੀ। ਹਾਂ, ਨਾ ਗਰਮੀ ਤੇ ਨਾ ਸਰਦੀ ਹੋਵੇਗੀ। ਵੀ ਠੰਡ ਆ ਗਈ ਕੱਪੜੇ ਚੇਂਜ ਕਰ ਲਓ, ਗਰਮੀ ਆ ਗਈ ਕੱਪੜੇ ਚੇਂਜ ਕਰ ਲਓ, ਏਸੀ ਚਾਲੂ ਕਰ ਲਓ, ਇੱਦਾਂ ਦੀਆਂ ਚੀਜ਼ਾਂ ਸਾਰੀਆਂ ਖਤਮ। ਅੱਗੇ ਕਿਉਂ ਜੋ ਲੀਲਾ ਜਿਹੜਾ ਸਿਘਾਸਨ ਦੇ ਵਿਚਕਾਰ ਹੈ, ਲੀਲਾ ਜਿਹੜਾ ਸਿਘਾਸਨ ਦੇ ਵਿਚਕਾਰ ਹੈ, ਉਹਨਾਂ ਦਾ ਅਜਾਲੀ ਹੋਵੇਗਾ, ਉਹਨਾਂ ਦਾ ਚਰਵਾਹਾ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲਦਿਆਂ ਸੋਤਿਆਂ ਕੋਲ ਲੈ ਜਾਵੇਗਾ। ਕਿੱਥੇ ਲੈ ਕੇ ਜਾਵੇਗਾ? ਪਾਣੀ ਦੀ ਲੋੜ ਨਹੀਂ ਪਵੇਗੀ, ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਕੇ ਜਾਵੇਗਾ।
ਉਹ ਆਨੰਦ ਦੇ ਨਾਲ ਭਰਨਗੇ, ਆਸ਼ੀਸ਼ ਦੇ ਨਾਲ ਭਰਨਗੇ, ਉਹ ਖੁਦਾ ਦੀਆਂ ਰਹਿਮਤਾਂ ਦੇ ਨਾਲ ਭਰਨਗੇ। ਅਨੰਤ ਆਨੰਦ ਉਹਨਾਂ ਦੇ ਸਿਰਾਂ ਦੇ ਉੱਤੇ ਹੋਵੇਗਾ। ਸਭ ਸ਼ਕਤੀਮਾਨ ਪਰਮੇਸ਼ਰ ਉਹਨਾਂ ਦੀ ਅਗਵਾਈ ਕਰੇਗਾ। ਦੂਸਰੀ ਖਾਸ ਗੱਲ ਜਿਹੜੀ ਸਵਰਗ ਦੇ ਵਿੱਚ ਹੈ, ਇਹ ਸਾਡੇ ਲਈ ਜਾਣਨੀ ਜ਼ਰੂਰੀ ਹੈ। ਜੇ ਇਹ ਘਰ ਦਾ ਮਾਹੌਲ ਬਣ ਜਾਵੇ, ਕਲੀਸਿਆ ਦਾ ਮਾਹੌਲ ਬਣ ਜਾਵੇ, ਘਰ ਦਾ ਮਾਹੌਲ ਬਣ ਜਾਵੇ, ਤਾਂ ਬੜੀ ਜ਼ਬਰਦਸਤ ਗੱਲ ਹੋਵੇਗੀ। ਜਦੋਂ ਯਸ਼ਾਇਆ ਨੂੰ ਖੁਦਾ ਨੇ ਚੁਣਿਆ, ਉਹਨੇ ਦਰਸ਼ਨ ਵੇਖਿਆ ਸਵਰਗ ਦਾ। ਪੜਾਂਗੇ, ਉਸ ਤੋਂ ਬਾਅਦ ਸਮਾਪਤ ਕਰਾਂਗੇ। ਯਸ਼ਾਇਆ ਨਬੀ ਦੀ ਪੁਸਤਕ 6 ਅਧਿਆਏ, ਪਹਿਲੀ, ਦੂਜੀ ਔਰ ਤੀਸਰੀ ਐਤ। ਉਸ ਤੋਂ ਬਾਅਦ ਪ੍ਰਾਰਥਨਾ ਵੱਲ ਜਾਵਾਂਗੇ। ਹਾਂਜੀ। ਉਜੀਜਾ ਪਾਤਸ਼ਾਹ ਦੀ ਮੌਤ ਦੇ ਬਰੇ, ਉਜੀਜਾ ਪਾਤਸ਼ਾਹ ਦੀ ਮੌਤ ਦੇ ਬਰੇ, ਜਦੋਂ ਉਜੀਜਾ ਪਾਤਸ਼ਾਹ ਦੀ ਮੌਤ ਹੋ ਗਈ, ਹਾਂ, ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਉੱਤੇ ਬਿਰਾਜਮਾਨ ਵੇਖਿਆ। ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਦੇ ਉੱਤੇ ਵਿਰਾਜਮਾਨ ਵੇਖਿਆ। ਹਾਂ। ਅਤੇ ਉਹਦੇ ਵਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਉਹਦੇ ਵਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਉਹਦੇ ਉਤਾਹਾਂ ਸਰਾਫੀਮ ਖਲੋਤੇ ਸਨ। ਉਹਦੇ ਉਤਾਹਾਂ ਫਰਿਸ਼ਤੇ ਖਲੋਤੇ ਸਨ। ਹਰੇਕ ਦੇ 6 ਖੰਭ ਸਨ। ਉਹਨਾਂ ਫਰਿਸ਼ਤਿਆਂ ਦੇ 6 ਖੰਭ ਸਨ। ਉਹ 2 ਨਾਲ ਮੂੰਹ ਢੱਕਦਾ ਸੀ। ਹਾਂ, 2 ਨਾਲ ਮੂੰਹ ਢੱਕਦੇ ਤੇ ਸੀ, 2 ਨਾਲ ਪੈਰ ਢੱਕਦਾ ਸੀ, 2 ਨਾਲ ਪੈਰ ਢੱਕਦੇ ਸੀ। ਅਤੇ 2 ਨਾਲ ਉੱਡਦਾ ਸੀ। ਉਹ ਫਰਿਸ਼ਤੇ ਜਿਹੜੇ ਆ 2 ਖੰਭਾਂ ਨਾਲ ਉੜਦੇ ਸੀ, 2 ਨਾਲ ਮੂੰਹ ਢੁਕਦੇ ਸੀ ਤੇ 2 ਨਾਲ ਪੈਰ। ਹਾਂਜੀ। ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ। ਆਹ ਗੱਲ ਜੀ ਸਮਝਣ ਵਾਲੀ ਹੈ। ਉਪਾਸਨਾ ਦੇ ਵਿੱਚ ਇਹ ਗੱਲ ਖਾਸ ਵਾ। ਕਈ ਵਾਰੀ ਉਪਾਸਨਾ ਤਾਂ ਆਪਾਂ ਕਰਦੇ ਹਾਂ, ਵਡਿਆਈ ਤਾਂ ਕਰਦੇ ਹਾਂ, ਉਪਾਸਨਾ ਵੀ ਕਰਦੇ ਹਾਂ, ਵਡਿਆਈ ਵੀ ਕਰਦੇ ਹਾਂ, ਇਕੱਲੇ ਕਰਦੇ ਹਾਂ। ਜਦੋਂ ਅਸੀਂ ਇਕੱਲੇ ਕਰਦੇ ਹਾਂ, ਘਮੰਡ ਨਾਲ ਭਰ ਜਾਂਦੇ ਹਾਂ। ਘਮੰਡ ਨਾਲ ਭਰ ਕੇ ਫਿਰ ਅਸੀਂ ਇਕੱਲੇ ਕਹਿੰਦੇ ਮੈਂ ਹੀ ਆਹ ਕਰਾਂ। ਜਦੋਂ ਇਕੱਲੇ ਕਰਦੇ ਹਾਂ, ਉਪਾਸਨਾ ਕਰਨੀ ਆ, ਪਰ ਕਰਨੀ ਕਿੱਦਾਂ ਆ, ਉੱਪਰ ਕਿੱਦਾਂ ਹੋ ਰਹੀ ਆ। ਆਪਾਂ 1 ਐਤ ਪੜ੍ਹੀ, 9 ਐਤ ਪੜ੍ਹੀ। ਜਿਹੜੀ ਭੀੜ, ਉਹਦੀ ਗਿਣਤੀ ਕਿਸੇ ਤੋਂ ਨਹੀਂ ਹੁੰਦੀ। ਕੌਮਾਂ, ਗੋਤਾਂ, ਬੋਲੀਆਂ ਚੋਂ, ਪੂਰੇ ਵਰਲਡ ਦੇ ਵਿੱਚੋਂ ਸਾਰੇ ਮਿਲ ਕੇ ਉਪਾਸਨਾ ਕਰਦੀ ਹੈ। ਕੋਈ ਵੱਡਾ ਨਹੀਂ ਤੇ ਕੋਈ ਵੱਡਾ ਨਹੀਂ ਤੇ ਕੋਈ। ਜਦੋਂ ਬੰਦਾ ਇਕੱਲਾ ਕਰਦਾ ਨਾ, ਉਹ ਕਹਿੰਦਾ ਮੈਂ ਵੱਡਾ ਹਾਂ। ਉਹ ਕਹਿੰਦਾ ਸਾਰੇ ਮੈਨੂੰ ਵੇਖੀ ਜਾਣ, ਬਾਕੀ ਚੁੱਪ ਕਰਕੇ ਹੱਥ ਖੜੇ ਕਰਨ, ਹੱਥ ਜੋੜ ਕੇ ਖੜੇ ਰਹਿਣ ਤਾਂ ਮੈਨੂੰ ਦੇਖੀ ਜਾਣ। ਉਹ ਕਹਿੰਦਾ ਮੇਰੀ ਬੱਲੇ ਬੱਲੇ ਹੋ। ਇੱਥੇ ਜਿਹੜੀ ਕੁਆਲਿਟੀ ਫਰਿਸ਼ਤਿਆਂ ਦੇ ਵਿੱਚ ਹੈ, ਇਹ ਕੁਆਲਿਟੀ ਸਾਡੇ ਅੰਦਰ ਆਉਣੀ ਚਾਹੀਦੀ ਹੈ, ਫਿਰ ਅਸੀਂ ਉੱਥੇ ਦਾਖਲ ਹੋਣਾ। ਜੇ ਕੁਆਲਿਟੀ ਸਾਡੇ ਅੰਦਰ ਨਾ ਆਈ ਤਾਂ ਫਿਰ ਸਾਨੂੰ ਐਂਟਰੀ ਨਹੀਂ ਮਿਲਣੀ। ਜਿੱਦਾਂ ਕਿਸੇ ਕੰਟਰੀ 'ਚ ਜਾਣ ਲਈ ਵੀਜ਼ਾ ਐਂਟਰੀ ਹੈ ਨਾ, ਵੀਜ਼ਾ ਕਲੀਅਰ ਵਾ, ਸਹੀ ਹੈ ਤਾਂ ਫਿਰ ਐਂਟਰੀ ਹੈ, ਅਤੇ ਜੇ ਵੀਜ਼ਾ ਕਲੀਅਰ ਨਹੀਂ, ਨਕਲ ਵਾਲਾ ਆ, ਤਾਂ ਫਿਰ ਵੀ ਐਂਟਰੀ ਨਹੀਂ। ਉਪਾਸਨਾ ਵੀ ਹੋਣੀ ਚਾਹੀਦੀ, ਪਰ ਉਪਾਸਨਾ ਦੇ ਵਿੱਚ ਸਾਡੇ ਅੰਦਰ ਸਪਿਰਿਟ, ਮੇਲ ਮਿਲਾਪ ਵਾਲਾ, ਦੂਜੇ ਨੂੰ ਆਦਰ ਦੇਣ ਵਾਲਾ ਸਪਿਰਿਟ ਸਾਡੇ ਅੰਦਰ ਹੋਣਾ ਚਾਹੀਦਾ। ਮੈਂ ਇੱਥੇ ਖ਼ਤਮ ਕਰਨ ਲਈ ਜਾ ਰਿਹਾ। ਅਗਲੇ ਹਫ਼ਤੇ ਫਿਰ ਅਸੀਂ ਪ੍ਰਭੂ ਭੋਜ ਦੇ ਟਾਈਮ 'ਤੇ ਇਹਦੇ ਉੱਤੇ ਗਹਿਰਾਈ ਦੇ ਨਾਲ ਹੋਰ ਅਸੀਂ ਕਲਾਮ ਨੂੰ ਜਾਣਾਂਗੇ। ਪਰ ਇਹ ਫਰਿਸ਼ਤਿਆਂ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ, ਤਦੇ ਹੀ ਪਰਮੇਸ਼ਰ ਦਾ ਰਾਜ ਸਥਾਈ ਹੈ, ਤਦੇ ਸਥਾਈ ਹੈ। ਅੱਜ ਸ਼ੈਤਾਨ ਜਿਹਨੂੰ ਕਿਹਾ ਜਾਂਦਾ, ਉਹਦੇ ਅੰਦਰ ਇਹੀ ਗੱਲ ਆ ਗਈ ਸੀ, ਮੈਂ ਵੱਡਾ ਹਾਂ। ਜਦੋਂ ਪਹਿਲਾ ਫਰਿਸ਼ਤਾ, ਜਿਹਨੂੰ ਲੂਸੀਫਰ, ਵੱਡਾ ਅਜਗਰ, ਸ਼ੈਤਾਨ ਕਿਹਾ ਜਾਂਦਾ, ਜਦੋਂ ਉਹ ਉੱਡਦਾ ਸੀ ਨਾ, ਉਹਦੇ ਖੰਭਾਂ ਦੇ ਵਿੱਚੋਂ ਸਾਜ਼ਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ। ਹਿਜ਼ਕੀਏਲ ਘਰ ਜਾ ਕੇ 28 ਅਧਿਆਏ ਪੜ੍ਹ ਲਿਓ, ਉਹਦੇ ਵਿੱਚ ਉਹ ਕੁਆਲਿਟੀਆਂ ਸਾਰੀਆਂ ਹੀ ਸੀ, ਪਰ ਉਹਦੇ ਅੰਦਰ ਘਮੰਡ ਆ ਗਿਆ। ਘਮੰਡ ਦੇ ਕਾਰਨ ਪਰਮੇਸ਼ਰ ਦਾ ਠਹਿਰਾਇਆ ਹੋਇਆ, ਬਣਾਇਆ ਹੋਇਆ ਫਰਿਸ਼ਤਾ, ਜਿਹਨੂੰ ਇੰਨੀਆਂ ਕੁਆਲਿਟੀਆਂ, ਗੁਣ ਦਿੱਤੇ ਗਏ, ਅੱਜ ਉਹੀ ਸੱਚਾਈ ਦਾ ਵਿਰੋਧੀ ਬਣ ਗਿਆ। ਬਗਾਵਤ ਕੀਤੀ ਉਹਨੇ, ਇਸ ਲਈ ਪਰਮੇਸ਼ਰ ਨੇ ਆਪਣੇ ਰਾਜ 'ਚ ਉਹਨੂੰ ਕੱਢ ਦਿੱਤਾ। ਆਹ ਕੁਆਲਿਟੀ ਵਾਲਿਆਂ ਨੂੰ ਖੁਦਾ ਪਿਆਰ ਕਰਦਾ, ਪਸੰਦ ਕਰਦਾ, ਅਤੇ ਉਹ ਲੋਕ ਪਰਮੇਸ਼ਰ ਦੀ ਉਸ ਭੀੜ ਦਾ ਹਿੱਸਾ ਬਣਨਗੇ ਜਿਨ੍ਹਾਂ ਦੇ ਅੰਦਰ ਆਹ ਕੁਆਲਿਟੀ ਹੈ। 3 ਐਤ ਪੜ੍ਹੀਏ, ਉਸ ਤੋਂ ਬਾਅਦ ਸਮਾਪਤ ਕਰਾਂਗੇ, ਪ੍ਰਾਰਥਨਾ ਵੱਲ ਚੱਲਾਂਗੇ।
ਹਾਂਜੀ। ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ। ਹਾਂ, ਸਰਾਫੀਮ ਫਰਿਸ਼ਤੇ ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ, ਕੱਲਾ ਹੀ ਨਹੀਂ ਕੋਈ ਵੱਡਾ, ਮਿਲ ਕੇ ਉਪਾਸਨਾ ਹੁੰਦੀ ਹੈ। ਇਹ ਮੇਲ ਮਿਲਾਪ ਦੀ ਸੇਵਕਾਈ ਹੈ। ਜਦੋਂ ਤੁਹਾਡੀ ਹਾਲਤ ਕਲੀਸਿਆ ਦੇ ਵਿੱਚ ਤੇ ਪਰਿਵਾਰ 'ਚ ਹੋ ਗਈ ਹੈ ਨਾ, ਤੇ ਘਰ ਵੀ ਸਵਰਗ ਬਣ ਜਾਣਾ ਆ। ਤੇ ਜਿੱਥੇ ਜਿੱਥੇ ਤੁਸੀਂ ਕੰਮ ਧੰਦੇ ਕਰਦੇ ਉੱਥੇ ਵੀ ਆਸ਼ੀਸ਼ ਆ ਜਾਣੀ ਹੈ। ਇਹ ਫਰਿਸ਼ਤਿਆਂ 'ਚ ਕੁਆਲਿਟੀ ਹੈ, ਕੱਲਾ ਹੀ ਨਹੀਂ ਕੋਈ ਲੱਗਾ ਆ। ਹਾਂ ਵੀ ਉੱਪਰ ਵਾਲਾ ਮੈਨੂੰ ਹੀ ਦੇਖੀ ਜਾਵੇ। ਇੱਕ ਫਰਿਸ਼ਤੇ ਨੇ ਦੂਜੇ ਨੂੰ ਪੁਕਾਰ ਕੇ ਆਖਿਆ, ਇਸ਼ਾਰਾ ਕੀਤਾ, ਉਹਨੂੰ ਬੁਲਾਇਆ, ਮਿਲ ਕੇ ਉਪਾਸਨਾ ਹੋ ਰਹੀ ਹੈ। ਉਪਾਸਨਾ ਵੀ ਕਰਨੀ ਆ, ਮਿਲ ਕੇ ਕਰਨੀ ਹੈ। ਫਿਰ ਤੁਸੀਂ ਉਸ ਭੀੜ ਦਾ ਹਿੱਸਾ ਬਣੋਗੇ। ਪਰਮੇਸ਼ਰ ਆਪਣੀਆਂ ਰਹਿਮਤਾਂ ਬਹਾਲ ਕਰੂਗਾ ਜਿੱਥੇ 24 ਘੰਟੇ ਉਪਾਸਨਾ ਹੁੰਦੀ ਹੈ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ। ਇੱਕ ਫਰਿਸ਼ਤੇ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ, ਪਵਿੱਤਰ ਪਵਿੱਤਰ ਸੈਨਾ ਦਾ ਯਹੋਵਾ। ਹਾਂ, ਧਿਆਨ ਨਾਲ ਸੁਣੋ। ਫਰਿਸ਼ਤਿਆਂ ਦੀ ਆਪਸ ਵਿੱਚ ਹੀ ਕੋਈ ਗੱਲ ਹੈਗੀ? ਇੱਕ ਦੂਜੇ ਨੂੰ ਪੁਕਾਰ ਕੇ ਕੀ ਕਹਿ ਰਿਹਾ? ਪਵਿੱਤਰ ਪਵਿੱਤਰ ਉੱਪਰ ਵਾਲੇ ਦੀ ਮਹਿਮਾ। ਇੱਥੇ ਘਰਾਂ ਦੇ ਵਿੱਚ ਜਦੋਂ ਆਪਾਂ 2 ਇਕੱਠੇ ਹੋ ਜਾਂਦੇ, 3 ਹੋ ਜਾਂਦੇ ਆ, ਚਰਚ ਤੋਂ ਬਾਹਰ ਇਕੱਠੇ ਹੋ ਜਾਂਦੇ, ਸੱਜੇ ਖੱਬੇ ਦੀਆਂ ਗੱਲਾਂ, 5ਵੇਂ ਦੀਆਂ ਗੱਲਾਂ, 10ਵੇਂ ਦੀਆਂ ਗੱਲਾਂ, ਚੌਥੇ ਪਾੜੇ ਦੀਆਂ ਗੱਲਾਂ, ਉਹ ਕਿੱਦਾਂ ਉਸ ਭੀੜ ਵਿੱਚ ਰਲ ਜਾਣਗੇ? ਇੱਕ ਨੇ ਦੂਜੇ ਨੂੰ ਪੁਕਾਰ ਕੇ ਆਖਿਆ। ਕਿਹੜੀਆਂ ਗੱਲਾਂ ਕੀਤੀਆਂ ਉਹਨੇ? ਹਾਂਜੀ, ਕਿਹੜੀਆਂ ਗੱਲਾਂ ਕੀਤੀਆਂ? ਪਰਮੇਸ਼ਰ ਦੀ ਮਹਿਮਾ ਦੀਆਂ। ਪਵਿੱਤਰ ਪਵਿੱਤਰ ਸੈਨਾ ਦਾ ਉਹਨੂੰ ਮਹਿਮਾ ਦੇ ਰਹੇ। ਤਾਲੀ ਮਾਰੀਏ ਜ਼ੋਰ ਦੇ ਨਾਲ। ਇਸ ਲਈ ਪਹਿਲਾ ਕੰਮ ਉਪਾਸਨਾ ਦਾ, ਦੂਜਾ ਉਪਾਸਨਾ ਦਾ ਭੇਤ ਜਾਣਨਾ ਜ਼ਰੂਰੀ ਹੈ। ਜਿਨ੍ਹਾਂ 'ਚ ਇਹ ਕੁਆਲਿਟੀ ਹੋਵੇਗੀ ਉਸ ਭੀੜ ਵਿੱਚ ਉਹ ਸ਼ਾਮਲ ਹੋ ਜਾਣਗੇ। ਲੇਲੇ ਦੇ ਸਿਘਾਸਨ ਦੇ ਅੱਗੇ ਜਿਹੜੇ 24 ਘੰਟੇ ਉਹਦੀ ਉਪਾਸਨਾ ਹੁੰਦੀ ਹੈ। ਇਹ ਕੁਆਲਿਟੀ, ਇਹ ਗੁਣ ਜ਼ਮੀਨ 'ਤੇ ਰਹਿੰਦਿਆਂ ਹਰ ਬਲੀਵਰ ਦੇ ਅੰਦਰ ਆਉਣੇ ਜ਼ਰੂਰੀ ਹੈ। ਜੇਕਰ ਨਾ ਆਏ ਤੇ ਫਿਰ ਐਂਟਰੀ ਨਹੀਂ ਮਿਲਣੀ। ਐਂਟਰੀ ਬੜੀ ਔਖੀ ਆ। ਤਦੇ ਪਰਮੇਸ਼ਰ ਦਾ ਜਨ ਕਹਿੰਦਾ, ਬੜੇ ਦੁੱਖ ਝੱਲ ਕੇ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣਾ ਆ। ਦੁੱਖ ਝੱਲਣ ਦਾ ਮਤਲਬ ਆਪਾ ਮਾਰਨਾ ਹੀ ਪੈਣਾ ਆ, ਆਪਣੀ ਮੈਂ ਖਤਮ ਕਰਨੀ ਪੈਣੀ ਹੈ। ਤਦ ਹੀ ਯਿਸੂ ਮਸੀਹ ਨੇ ਤੁਹਾਡੀਆਂ ਜ਼ਿੰਦਗੀਆਂ 'ਚ ਜੀ ਉੱਠਣਾ ਹੈ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ ਉਪਾਸਨਾ ਦੇ ਭੇਤ ਨੂੰ ਜਾਣੀਏ। ਅੱਖਾਂ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। ਦਿਆਲੂ ਪਿਤਾ, ਜਿੰਨੇ ਤੇਰੀ ਹਜ਼ੂਰੀ 'ਚ ਆ ਗਏ ਆ, ਇਹਨਾਂ ਸਾਰਿਆਂ 'ਤੇ ਤੁਹਾਡੀ ਅਪਾਰ ਕਿਰਪਾ ਹੋਵੇ। ਅੱਜ ਦਾ ਇਹ ਪਵਿੱਤਰ ਦਿਨ ਹਰ ਇੱਕ ਲਈ ਬਰਕਤ ਦਾ ਦਿਨ ਹੋਵੇ। ਆਉਣ ਵਾਲੇ ਸਮੇਂ ਤੁਹਾਡੇ ਜਲਾਲ ਦੇ ਨਾਲ ਭਰਪੂਰ ਹੋਣ ਤੇ ਸਾਰੇ 'ਚ ਆਪਣੀ ਕਿਰਪਾ ਬਹਾਲ ਕਰੋ। ਪ੍ਰਭੂ ਯਿਸੂ ਦੇ ਪਵਿੱਤਰ ਨਾਮ 'ਚ ਆਮੀਨ।